ਸਾਰੇ ਪੀਸੀਐਸ ਅਧਿਕਾਰੀ ਅੱਜ ਹੜਤਾਲ ਤੇ ਚਲੇ ਗਏ ਨੇ। ਕੱਲ ਬੈਠਕ ਹੋਈ ਹੈ ਪੀਸੀਐਸ ਅਧਿਕਾਰੀਆਂ ਦੀ। ਉਹਨਾਂ ਦਾ ਇਹ ਕਹਿਣਾ ਹੈ ਕਿ ਇਹ ਵਿਜੀਲੈਂਸ ਸਰਾਸਰ ਧੱਕਾ ਕਰ ਰਹੀ ਹੈ। ਇਸ ਤਰ੍ਹਾਂ ਦੇ ਇੱਕ ਤਰ੍ਹਾਂ ਤੁਸੀਂ ਸਰਕਾਰ ਦੇ ਉੱਪਰ ਦਬਾਅ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹੋ ਵੀ ਤੁਸੀਂ ਮਾਸ ਕੈਜੂਅਲ ਲੀਵ ਤੇ ਚਲੇ ਗਏ, ਸਾਰੇ ਦਫ਼ਤਰ ਬੰਦ ਹੋ ਜਾਣਗੇ। ਦੇਖੋ ਨਾ, ਸਾਰੇ ਐਸਡੀਐਮ, ਸਾਰੇ ਏਡੀਸੀ, ਜ਼ਿਆਦਾਤਰ ਜਿਹੜੇ ਡਿਸਟ੍ਰਿਕਟ ਦੇ ਨੇ ਉਹ ਸਾਰੇ ਪੀਸੀਐਸ ਅਧਿਕਾਰੀ ਹੀ ਲੱਗੇ ਹੋਏ ਹੈ। ਕਿਉਂਕਿ ਕਾਂਗਰਸ ਦੇ ਜਿਹੜੇ ਸੁੰਦਰ ਸ਼ਾਮ ਅਰੋੜਾ ਨੇ ਨਾ, ਬੀਜੇਪੀ ਹੁਣ ਲੈ ਕੇ ਉਹਨਾਂ ਨੂੰ ਪਛਤਾ ਵੀ ਰਹੀ ਹੈ। ਉਹ ਕਹਿੰਦੇ ਵੀ ਚੰਗਾ ਮੁਸੀਬਤ ਅਸੀਂ ਆਪਣੀ ਗੱਲ ਪਾ ਲਈਏ, ਕਿਉਂਕਿ ਬੀਜੇਪੀ ਆਪਣੇ ਆਪ ਨੂੰ ਕਹਿੰਦੀ ਹੈ ਅਸੀਂ ਭ੍ਰਸ਼ਟਾਚਾਰ ਰਹਿਤ ਪਾਰਟੀ, ਰਹਿਣ ਦੇ ਲਾਇਕ ਨਹੀਂ ਰਹਿ ਗਏ ਮੁਲਕ। ਲੋਕ ਆਪਣੇ ਆਪ ਨੂੰ ਸੁਰੱਖਿਅਤ ਨਹੀਂ ਸਮਝਦੇ। ਜਿਨ੍ਹਾਂ ਕੋਲ ਪੈਸਾ ਉਹ ਕਹਿੰਦੇ ਮੈਂ ਆਪਣੇ ਬੱਚਿਆਂ ਨੂੰ ਇੱਥੇ ਕਿਚ ਕਿਉਂ ਰੱਖਾਂ। ਇਸ ਕਰਕੇ ਉਹ ਆਪਣੇ ਬੱਚਿਆਂ ਨੂੰ ਲੈ ਕੇ ਵਿਦੇਸ਼ਾਂ 'ਚ ਸੈਟਲ ਹੋ ਰਹੇ ਨੇ। ਜਿਹੜੀ ਹੈ ਕਾਮਯਾਬੀ ਹੈ ਵਿਜੀਲੈਂਸ ਦੀ। ਇਸ ਤੋਂ ਪਹਿਲੇ ਤੁਸੀਂ ਦੇਖੋ ਨਾ, ਸ਼ਿਕਾਇਤਾਂ ਹੁੰਦੀਆਂ ਸੀ, ਸ਼ਿਕਾਇਤਾਂ ਦਾ ਕਦੋਂ ਨਿਪਟਾਰਾ ਹੁੰਦਾ ਸੀ, ਕਦੋਂ ਨਹੀਂ ਸੀ ਹੁੰਦਾ। ਇਹ ਏਡੀਜੀਪੀ ਡਾਇਰੈਕਟਰ ਨੇ ਜਿਹੜੇ ਵਿਜੀਲੈਂਸ ਦੇ, ਉਹਨਾਂ ਨੇ ਇਹ ਆંકੜੇ ਜਾਰੀ ਕੀਤੇ। ਸਤਿ ਸ਼੍ਰੀ ਅਕਾਲ, ਨਮਸਕਾਰ, ਮੈਂ ਹਾਂ ਇੰਦਰਜੀਤ। ਸਾਡੇ ਅੱਜ ਦੇ ਪ੍ਰੋਗਰਾਮ ਖਰੀਆਂ ਖਰੀਆਂ ਦੇ ਵਿੱਚ ਤੁਹਾਡਾ ਸਵਾਗਤ ਹੈ। ਸਾਡੇ ਨਾਲ ਨੇ ਸੀਨੀਅਰ ਪੱਤਰਕਾਰ ਦੀਪਕ ਭੰਡਾਰੀ ਜੀ। ਭੰਡਾਰੀ ਸਾਹਿਬ ਨਮਸਕਾਰ ਜੀ। ਨਮਸਕਾਰ ਜੀ। ਭੰਡਾਰੀ ਸਾਹਿਬ, ਪੰਜਾਬ ਦੇ ਸਾਰੇ ਪੀਸੀਐਸ ਅਧਿਕਾਰੀ ਅੱਜ ਹੜਤਾਲ ਤੇ ਚਲੇ ਗਏ ਨੇ। ਹਾਂ ਪ੍ਰਿੰਸ, ਆਪਾਂ ਹੜਤਾਲ ਹੀ ਕਵਾਂਗੇ। ਵੈਸੇ ਤੇ ਉਹਨਾਂ ਨੇ ਇਹ ਕਿਹਾ ਵੀ ਅਸੀਂ 9 ਤਰੀਕ ਤੋਂ, ਯਾਨੀ ਕਿ ਅੱਜ ਤੋਂ 14 ਤਰੀਕ ਤੱਕ ਮਾਸ ਕੈਜੂਅਲ ਲੀਵ ਤੇ ਜਾ ਰਹੇ ਹਾਂ। ਇੱਕ ਤਰ੍ਹਾਂ ਦੀ ਹੜਤਾਲ ਹੈ। ਪਹਿਲੇ ਮੈਂ ਤੁਹਾਨੂੰ ਦੱਸਾਂਗਾ। ਦੇਖੋ, ਇਹਦੇ 'ਚ ਸਮਝਣ ਦੀ ਲੋੜ ਆ ਵੀ ਪਹਿਲੇ ਤੇ ਦੱਸਾਂਗੇ ਵੀ ਕਿਉਂ ਹੜਤਾਲ ਤੇ ਗਏ ਹੈ, ਤੇ ਫਿਰ ਵੀ ਇਹਨਾਂ ਦੇ ਕਿਆ ਵੀ ਇੱਕ ਦਬਾਅ ਹੈ ਸਰਕਾਰ ਤੇ ਬਣਾਉਣਾ ਚਾਹੁੰਦੇ ਆ। ਅੱਜ ਇਹਨਾਂ ਦੀ ਮੀਟਿੰਗ ਹੈ ਵੈਸੇ ਚੀਫ ਸੈਕਟਰੀ ਸਾਹਿਬ ਤੇ ਮੁੱਖ ਮੰਤਰੀ ਭਗਵੰਤ ਮਾਨ ਉਹਨਾਂ ਨਾਲ। ਤੁਹਾਨੂੰ ਪਹਿਲੇ ਮੈਂ ਦੱਸ ਦਿਆਂ ਇਹ ਮਾਮਲਾ ਹੈ ਕੀ ਹੈ। ਇਹ ਤੁਹਾਨੂੰ ਯਾਦ ਹੋਣਾ ਹੈ ਕਿ ਸ਼ੁੱਕਰਵਾਰ ਨੂੰ ਇਹਨਾਂ ਦੇ ਇੱਕ ਆਰਟੀਏ ਹੈ ਨਰਿੰਦਰ ਧਾਲੀਵਾਲ, ਜਿਹੜੇ ਕਿ ਲੁਧਿਆਣੇ ਲੱਗੇ ਹੈ, ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਉਹਨਾਂ ਦਾ ਇੱਕ ਹੋਮਗਾਰਡ ਦਾ ਉਹਨਾਂ ਦਾ ਜਵਾਨ ਉਹਨਾਂ ਦੇ ਨਾਲ ਹੁੰਦਾ ਹੈ, ਬਹਾਦਰ ਸਿੰਘ ਉਹਦਾ ਸ਼ਾਇਦ ਨਾਮ ਹੈ। ਉਹਦੇ ਜਰੀਏ ਇਹ ਪੈਸੇ ਇਕੱਠੇ ਕਰਦੇ ਆ। ਆਰੋਪ ਇਹ ਲੱਗਿਆ ਸੀਗਾ ਇਹਨਾਂ ਦੇ ਉੱਪਰ ਵੀ ਇਹ ਟਰਾਂਸਪੋਰਟਰਾਂ ਕੋਲ ਪੈਸੇ ਇਕੱਠੇ ਕਰਦੇ ਆ, ਉਹ ਪੈਸੇ ਇਕੱਠੇ ਕਰਦਾ ਹੈ ਤੇ ਉਹਦੇ ਬਦਲੇ ਦੇ ਵਿੱਚ ਉਹ ਉਹਨਾਂ ਨੂੰ ਪ੍ਰੋਟੈਕਸ਼ਨ ਦਿੰਦੇ ਵੀ ਤੁਹਾਡਾ ਚਲਾਨ ਨਹੀਂ ਕੱਟਿਆ ਜਾਏਗਾ। ਇਸੇ ਨੂੰ ਲੈ ਕੇ ਵਿਜੀਲੈਂਸ ਨੇ ਟਰੈਪ ਲਾਇਆ ਸੀ। ਪੋਰਟਲ ਤੇ ਮੁੱਖ ਮੰਤਰੀ ਭਗਵੰਤ ਮਾਨ ਦਾ ਵੱਲੋਂ ਜਿਹੜਾ ਪੋਰਟਲ ਜਾਰੀ ਕੀਤਾ ਗਿਆ, ਉਹਦੇ ਤੇ ਸ਼ਿਕਾਇਤ ਹੋਈ ਸੀਗੀ। ਪਰ ਕੱਲ ਬੈਠਕ ਹੋਈ ਹੈ ਪੀਸੀਐਸ ਅਧਿਕਾਰੀਆਂ ਦੀ। ਉਹਨਾਂ ਦਾ ਇਹ ਕਹਿਣਾ ਕਿ ਇਹ ਵਿਜੀਲੈਂਸ ਸਰਾਸਰ ਧੱਕਾ ਕਰ ਰਹੀ ਹੈ। ਮੇਰੀ ਅੱਜ ਗੱਲ ਹੋਈ ਹੈ ਜਿਹੜੇ ਪੀਸੀਐਸ ਐਸੋਸੀਏਸ਼ਨ ਦੇ ਕੁਝ ਅਧਿਕਾਰੀ ਨੇ, ਜਿਹੜੇ ਵੱਡੇ ਅਫਸਰ ਨੇ, ਉਹਨਾਂ ਨਾਲ ਗੱਲ ਹੋਈ ਹੈ। ਉਹ ਕਹਿੰਦੇ ਆ ਵੀ ਅਸੀਂ ਕਰਪਸ਼ਨ ਦੇ ਖਿਲਾਫ ਨਹੀਂ ਹਾਂ, ਪਰ ਜਿਹੜਾ ਵਤੀਰਾ ਵਰਤਿਆ ਗਿਆ ਉਹ ਗਲਤ ਵਰਤਿਆ ਗਿਆ। ਉਹਨਾਂ ਦਾ ਇਹ ਕਹਿਣਾ ਵੀ ਜਿਹੜੇ ਅਧਿਕਾਰੀ ਦੇ ਉੱਪਰ ਮਾਮਲਾ ਦਰਜ ਕਰ ਲਿਆ ਗਿਆ, ਯਾਨੀ ਕਿ ਆਰਟੀਏ ਜਿਹੜੇ ਸੀਗੇ ਨਰਿੰਦਰ ਧਾਲੀਵਾਲ, ਉਹਨਾਂ ਕੋਲੋਂ ਕੋਈ ਰਿਕਵਰੀ ਨਹੀਂ ਹੋਈ, ਕੋਈ ਪੈਸਾ ਫੜਿਆ ਨਹੀਂ ਗਿਆ। ਤੇ ਫਿਰ ਮੈਂ ਵੀ ਕਿਹਾ ਸੀ ਵੀ ਉਹਨਾਂ ਤੇ ਇਹ ਵੀ ਆਰੋਪ ਨੇ ਵੀ ਉਹਨਾਂ ਨੇ 1 ਏਕੜ 'ਚ ਆਪਣੀ ਕੋਠੀ ਬਣਾਈ। ਉਹ ਕਹਿੰਦੇ ਉਹ ਸੈਪਰੇਟ ਮੈਟਰ ਹੈ। ਜੇ ਕਿਸੇ ਨੇ ਕੋਈ ਕੋਠੀ ਬਣਾਈ ਹੈ ਜਾਂ ਕੋਈ ਵੱਧ ਆਪਣੀ ਇਨਕਮ ਸੋਰਸ ਤੋਂ ਵੱਧ ਜਿਹੜੀ ਹੈ ਜਾਇਦਾਦ ਬਣਾਈ ਹੈ, ਉਹਦੀ ਇੱਕ ਪ੍ਰਕਿਰਿਆ ਹੈ, ਉਹਦੇ ਤਹਿਤ ਕਾਰਵਾਈ ਹੋਣੀ ਚਾਹੀਦੀ ਹੈ। ਪਰ ਇਹ ਨਹੀਂ ਹੈ ਵੀ ਜਿਹੜੇ ਬੰਦੇ ਕੋਲੋਂ ਕੋਈ ਰਿਕਵਰੀ ਨਹੀਂ ਹੋਈ, ਹੁਣ ਉਹਨੇ ਕਿਹਾ, ਕਹਿੰਦੇ ਵੀ ਇਹ ਬੜੀ ਹਾਸੋ ਹੋਣੀ ਗੱਲ ਲੱਗ ਰਹੀ ਹੈ ਵੀ 4 ਲੱਖ 'ਚੋਂ ਉਹਨੇ 1,70,000 ਆਰਟੀਏ ਨੂੰ ਦੇਤਾ, 2,30,000 ਆਪ ਰੱਖ ਲਿਆ ਵੀ ਉਹ ਆਪ ਸੁਪਰ ਆਰਟੀਏ ਸੀਗਾ ਜਿਹੜਾ ਹੋਮਗਾਰਡ ਵਾਲਾ ਸੀਗਾ। ਕਹਿੰਦੇ ਵੀ ਉਹਦੇ ਤੇ ਮਾਮਲਾ ਦਰਜ ਨਹੀਂ ਕੀਤਾ, ਐਸੇ ਬੰਦੇ ਤੇ ਮਾਮਲਾ ਦਰਜ ਕਰਤਾ ਹੈ। ਤੇ ਨਾਲ ਉਹਨਾਂ ਦਾ ਇਹ ਕਹਿਣਾ ਕਿ ਤਰਸੇਮ ਚੰਦ ਪੀਸੀਐਸ ਅਫਸਰ ਹੋ ਗਏ ਸੀਗੇ, ਫਰੀਦਕੋਟ ਉਹਨਾਂ ਨੂੰ ਆਰਟੀਏ ਲਾਇਆ ਸੀ, ਉਹਨਾਂ ਤੇ ਵੀ ਮਾਮਲਾ ਦਰਜ ਕੀਤਾ ਗਿਆ ਸੀ ਪਿਛਲੇ ਸਾਲ। ਵਿਜੀਲੈਂਸ ਵੱਲੋਂ ਮਾਮਲਾ ਦਰਜ ਕੀਤਾ ਗਿਆ ਸੀ ਤੇ ਉਹਦੀ ਕਹਿੰਦੇ ਸਿੱਟ ਨੇ ਰਿਪੋਰਟ ਦੇਤੀ, ਡੀਆਈਜੀ ਦੀ ਰਿਪੋਰਟ ਹੈ, ਤੇ ਇਹ ਕਿਹਾ ਵੀ ਉਹਨੂੰ ਗਲਤ ਫਸਾਇਆ ਗਿਆ। ਕਹਿੰਦੇ ਵੀ ਜਿਨ੍ਹਾਂ ਨੇ ਉਹਨੂੰ ਗਲਤ ਫਸਾਇਆ ਉਹਨਾਂ ਅਧਿਕਾਰੀਆਂ ਤੇ ਕਾਰਵਾਈ ਕਿਉਂ ਨਹੀਂ ਕੀਤੀ ਗਈ, ਹਾਲਾਂਕਿ ਉਹਨੂੰ ਖਾਨਾ 2 ਤੇ ਰੱਖਿਆ ਗਿਆ। ਕਹਿੰਦੇ ਵੀ ਇਹ ਬਹੁਤ ਜਿਹੜੇ ਤਰਸੇਮ ਚੰਦ ਹੈ ਇਹ ਬਹੁਤ ਹੀ ਇਮਾਨਦਾਰ ਅਧਿਕਾਰੀ ਹੈ। ਉਹਨਾਂ ਅਧਿਕਾਰੀਆਂ ਦਾ ਇਹ ਕਹਿਣਾ ਹੈ ਵੀ ਇਹਦੀ ਤੇ 100 ਦਿਨ ਨੂੰ ਵੀ ਤਿਆਰ ਸੀਗੇ ਵੀ ਬਹੁਤ ਗਰੀਬ ਘਰ ਤੋਂ ਹੈ ਤੇ ਇਹ ਤੇ ਵਿਚਾਰਾ ਬਿਮਾਰ ਹੋ ਗਿਆ ਹੁਣ ਆਪ। ਫਿਰ ਉਹ ਅੱਗੋਂ ਇਹ ਵੀ ਸਵਾਲ ਕਰਦੇ, ਦੇਖੋ ਕਹਿੰਦੇ ਏਆਈਜੀ ਆਸ਼ੀਸ਼ ਕਪੂਰ ਅੰਦਰ ਆ ਵੀ ਕਿਸ ਤਰ੍ਹਾਂ ਉਹਨੇ, ਉਹਦੇ ਤੇ ਆਰੋਪ ਹੈ ਵੀ ਉਹਨੇ ਆਪਣੇ ਕਿਸ ਤਰ੍ਹਾਂ ਕਸਟਡੀ 'ਚ ਸੀ ਇੱਕ ਮਹਿਲਾ, ਉਹਦੇ ਨਾਲ ਸੰਬੰਧ ਬਣਾਏ। ਇਹ ਸਾਰੇ ਕਹਿੰਦੇ ਵੀ ਉਹਨੇ ਵੀ ਤੇ ਕਈ ਕੇਸਾਂ 'ਚ ਇਨਕੁਆਇਰੀ ਕੀਤੀ ਹੋਣੀ ਹੈ ਵੀ ਜਿਹੜੀ ਇਨਕੁਆਇਰੀ ਉਹਨੇ ਕੀਤੀ ਸੀ ਵੀ ਕੀ ਉਹ ਸਹੀ ਸੀ, ਕਿ ਉਹਨਾਂ ਦੀ ਦੁਬਾਰਾ ਜਾਂਚ ਹੋਏਗੀ। ਉਹ ਕਹਿੰਦੇ ਵੀ, ਫਿਰ ਮੈਂ ਉਹਨਾਂ ਨੂੰ ਇਹ ਸਵਾਲ ਪੁੱਛਿਆ ਵੀ ਇਸ ਤਰ੍ਹਾਂ ਦੇ ਇੱਕ ਤਰ੍ਹਾਂ ਤੁਸੀਂ ਸਰਕਾਰ ਦੇ ਉੱਪਰ ਦਬਾਅ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹੋ ਵੀ ਤੁਸੀਂ ਮਾਸ ਕੈਜੂਅਲ ਲੀਵ ਤੇ ਚਲੇ ਗਏ, ਸਾਰੇ ਦਫ਼ਤਰ ਬੰਦ ਹੋ ਜਾਣਗੇ। ਦੇਖੋ ਨਾ, ਸਾਰੇ ਐਸਡੀਐਮ, ਸਾਰੇ ਏਡੀਸੀ, ਜ਼ਿਆਦਾਤਰ ਜਿਹੜੇ ਡਿਸਟ੍ਰਿਕਟ ਦੇ ਨੇ ਉਹ ਸਾਰੇ ਪੀਸੀਐਸ ਅਧਿਕਾਰੀ ਹੀ ਲੱਗੇ ਹੋਏ ਹੈ, ਕਿਤੇ ਕਿਤੇ ਆਈਐਸ ਅਧਿਕਾਰੀ ਹੈਗੇ ਹੈ। ਤੇ ਉਹ ਕਹਿੰਦੇ ਵੀ ਦੇਖੋ ਅਸੀਂ ਨਹੀਂ ਚਾਹੁੰਦੇ ਵੀ ਸਰਕਾਰ ਦੀ ਇਸ ਮੁਹਿੰਮ ਨੂੰ ਧੱਕਾ ਲੱਗੇ। ਤੁਹਾਨੂੰ ਇਹ ਵੀ ਪਤਾ ਹੀ ਹੈ ਵੀ ਸਰਕਾਰ ਵੱਲੋਂ ਭ੍ਰਸ਼ਟਾਚਾਰ ਦੇ ਖਿਲਾਫ ਜ਼ੀਰੋ ਟੋਲਰੈਂਸ ਇੱਕ ਮੁਹਿੰਮ ਚਲਾਈ ਗਈ ਹੈ। ਪਹਿਲੀ ਵਾਰੀ ਇਸ ਤਰ੍ਹਾਂ ਹੋਇਆ ਕਿ ਬਹੁਤ ਸਾਰੇ ਜਿਹੜੇ ਸਾਬਕਾ ਮੰਤਰੀ ਹੈ ਉਹ ਫੜੇ ਗਏ, ਕਈ ਆਈਏਐਸ ਅਧਿਕਾਰੀ ਵੀ ਜਿਹੜੇ ਹੈ ਉਹ ਫੜੇ ਗਏ ਹੈ, ਜਿਵੇਂ ਸੰਜੇ ਪੋਪਲੀ ਹੈ, ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਸੀਗਾ।
ਹੁਣ ਉਹਨਾਂ ਦਾ ਇਹ ਕਹਿਣਾ ਵੀ ਜਿਹੜਾ ਇਹ ਜੋ ਵੀ ਵਿਜੀਲੈਂਸ ਨੇ ਕੀਤਾ ਹੈ, ਉਹ ਠੀਕ ਨਹੀਂ ਕੀਤਾ, ਕਿਉਂਕਿ ਇੱਕ ਉਹ ਗੱਲ ਕਰਦੇ ਨੇ 17A ਐਕਟ ਦੀ, ਜਿਹੜਾ ਹੈਗਾ ਪ੍ਰੀਵੈਂਸ਼ਨ ਆਫ ਕਰਪਸ਼ਨ ਐਕਟ, ਉਹਦੇ ਤੇ ਵੀ ਗੱਲ ਕਰਾਂਗੇ ਅਸੀਂ। ਫਿਰ ਉਹਨਾਂ ਨੇ ਇੱਕ ਇਹ ਵੀ ਗੱਲ ਕੀਤੀ ਹੈ ਵੀ ਕਹਿੰਦਾ ਜਿਹੜੇ ਸਤਨਾਮ ਸਿੰਘ ਦੀ ਸ਼ਿਕਾਇਤ ਦੇ ਖਿਲਾਫ ਮਾਮਲਾ ਦਰਜ ਹੋਇਆ ਨਾ, ਉਹਦੇ ਉੱਪਰ ਤੇ ਪਹਿਲੇ ਹੀ ਕਹਿੰਦੇ ਉਹ ਕੋਈ ਏਜੰਟ ਹੈ, ਇਹ ਉਹਨਾਂ ਦਾ ਕਹਿਣਾ ਹੈ ਵੀ ਏਜੰਟ ਹੈ, ਉਹਦੇ ਉੱਪਰ ਮਾਮਲਾ ਦਰਜ ਹੋਇਆ ਸੀ। ਖੰਨੇ ਦੇ ਇੱਕ ਪਿੰਡ ਬਲਾਪੁਰ ਆ, ਉੱਥੇ ਸਮਾਰਟ ਚਿਕ ਕਰਮਚਾਰੀ ਹੈ ਇੱਕ ਸਮਾਰਟ ਚਿਕ ਕੰਪਨੀ ਦਾ, ਉਹਦਾ ਨਾਮ ਹੈ ਹਰਮਨਜੀਤ ਸਿੰਘ, ਜਿਸ ਸੰਗਰੂਰ ਮਲੇਰਕੋਟਲੇ ਜ਼ਿਲ੍ਹਾ ਸੰਗਰੂਰ ਦੇ ਆਰਟੀਓ ਦਫ਼ਤਰ ਚੋਂ ਲੱਗਿਆ ਹੈ। ਤੇ ਉਹਨਾਂ ਦਾ ਕਹਿਣਾ ਸੀ ਵੀ ਸਾਡੇ ਕੋਲ FIR ਦੀ ਕਾਪੀ ਵੀ ਹੈਗੀ ਵੀ ਸਤਨਾਮ ਸਿੰਘ ਤੇ ਇੰਦਰਪਾਲ ਸਿੰਘ ਦੋ ਜਾਣੇ ਆਪਣੇ ਆਪ ਨੂੰ ਰਿਕਾਰਡ ਦੱਸਦੇ ਆ ਕਿ ਮੈਂ ਪੁਲਿਸ ਵਾਲਾ ਵਾਂ, ਤੇ ਰਿਕਾਰਡ ਮੰਗਦੇ ਆ ਵੀ ਤੁਸੀਂ ਜਿਹੜੇ ਅੱਜ ਟੈਸਟ ਕੀਤੇ ਨੇ ਉਹਦਾ ਰਿਕਾਰਡ ਦਿਓ। ਤੁਹਾਨੂੰ ਪਤਾ ਵੀ ਟੈਸਟ ਡਰਾਈਵਿੰਗ ਟਰੈਕ ਦੇ ਉੱਪਰ ਲਾਇਸੈਂਸ ਬਣਾਉਣ ਵਾਸਤੇ ਪਹਿਲੇ ਟੈਸਟ ਦੇਣਾ ਪੈਂਦਾ। ਫਿਰ ਕਹਿੰਦੇ ਵੀ ਮੈਂ ਮਨਾ ਕੀਤਾ ਤੇ ਮੇਰੇ ਕੋਲੋਂ 50,000 ਰੁਪਇਆ ਮਹੀਨਾ ਮੰਗਦੇ ਸੀਗੇ, ਤੇ ਨਾਲੇ ਮੈਨੂੰ ਧਮਕੀਆਂ ਦਿੰਦੇ ਸੀ, ਨਾਲੇ ਕਹਿੰਦੇ ਵੀ ਜਿੰਨੇ ਵੀ ਸਾਡੇ ਬੰਦਿਆਂ ਦੇ ਲਾਇਸੈਂਸ ਨੇ ਉਹ ਲਾਇਸੈਂਸ ਜਿਹੜੇ ਆ ਉਹ ਤੂੰ ਬਣਾਏਗਾ। ਮਤਲਬ ਇਹਨੂੰ ਲੈ ਕੇ ਕੱਲ ਜਿਹੜੀ ਮੀਟਿੰਗ ਹੋਈ ਹੈ, ਦੇਖੋ ਬੜੀ ਹੰਗਾਮੀ ਮੀਟਿੰਗ ਹੋਈ ਹੈ ਇਹਨਾਂ ਦੀ, ਤੇ ਨਾਲ ਜਿਹੜਾ ਅੱਜ ਹੁਣ ਇਹ ਪਤਾ ਲੱਗਾ ਕਿ ਇਹਨਾਂ ਦੇ ਸਮਰਥਨ ਦੇ ਵਿੱਚ ਪੰਜਾਬ ਰੈਵਨਿਊ ਆਫੀਸਰ ਐਸੋਸੀਏਸ਼ਨ ਵੀ ਉਹ ਵੀ ਮਾਸ ਕੈਜੂਅਲ ਲੀਵ ਤੇ ਚਲੀ ਗਈ, ਹੜਤਾਲ ਤੇ ਚਲੀ ਗਈ ਹੈ। ਮੈਨੂੰ ਹੁਣੇ ਇੱਕ ਖਬਰ ਆ ਰਹੀ ਸੀਗੀ, ਪਰ ਅੱਜ ਇਹਨਾਂ ਨੇ ਰੱਖੀ ਹੈ CM ਸਾਹਿਬ ਨਾਲ ਮੀਟਿੰਗ ਵੀ ਹੈ, ਨਾਲ ਚੀਫ ਸੈਕਟਰੀ ਸਾਹਿਬ ਵੀ ਹੋਣਗੇ ਉੱਥੇ। ਹੁਣ ਤੁਹਾਨੂੰ ਇਹ ਵੀ ਦੇਖੋ ਨਾ, ਇੱਕ ਦੂਸਰੇ ਪਾਸੇ ਗੱਲ ਕਰੀਏ ਵੀ ਲੋਕ ਜਿਹੜੇ ਹੈ ਉਹ ਇਹ ਸਮਝ ਰਹੇ ਹੈ ਵੀ ਕੀ ਇਹ PCS ਅਧਿਕਾਰੀ ਦਬਾਅ ਦੀ ਨੀਤੀ 'ਚ ਕੰਮ ਕਰ ਰਿਹਾ ਹੈ। ਹਾਲਾਂਕਿ ਜਿਹੜੇ PCS ਆਫੀਸਰ ਐਸੋਸੀਏਸ਼ਨ ਦੇ ਅਧਿਕਾਰੀ ਹੈ, ਮੇਰੀ ਉਹਨਾਂ ਨਾਲ ਗੱਲ ਹੋਈ, ਉਹ ਕਹਿੰਦੇ ਬਿਲਕੁਲ ਨਹੀਂ, ਵੀ ਜਿਹੜਾ ਕੋਈ ਭ੍ਰਸ਼ਟ ਅਧਿਕਾਰੀ ਹੈ ਉਹਦੀ ਅਸੀਂ ਸਮਰਥਨ ਨਹੀਂ ਕਰਾਂਗੇ, ਉਹਦੇ ਖਿਲਾਫ ਕਾਰਵਾਈ ਜ਼ਰੂਰ ਹੋਣੀ ਚਾਹੀਦੀ ਹੈ, ਪਰ ਜੇ ਉਹਦੇ ਕੋਲੋਂ ਕੋਈ ਬਰਾਮਦਗੀ ਹੁੰਦੀ ਸਿੱਧੇ ਤੌਰ ਤੇ, ਇਹ ਨਹੀਂ ਵੀ ਬਰਾਮਦਗੀ ਕਿਸੇ ਕੋ ਹੋਵੇ ਤੇ ਤੁਸੀਂ ਬੰਦਾ ਫੜ ਲਓ। ਹੁਣ ਤੁਹਾਨੂੰ ਇਹ ਵੀ ਯਾਦ ਹੋਣਾ ਵੀ ਇਹ ਪਹਿਲੀ ਵਾਰੀ ਨਹੀਂ ਹੈ, ਐਕਸਾਈਜ਼ ਡਿਪਾਰਟਮੈਂਟ ਦੇ ਜਿਹੜੇ ਅਧਿਕਾਰੀ ਸੀਗੇ ਉਹ ਵੀ ਹੜਤਾਲ ਤੇ ਚਲੇ ਗਏ ਸੀਗੇ, ਰੈਵਨਿਊ ਡਿਪਾਰਟਮੈਂਟ ਦੇ ਅਧਿਕਾਰੀ ਉਹ ਵੀ ਹੜਤਾਲ ਤੇ ਚਲੇ ਗਏ ਸੀਗੇ, ਫੂਡ ਸਪਲਾਈ ਡਿਪਾਰਟਮੈਂਟ ਦੇ ਅਧਿਕਾਰੀ ਉਹ ਵੀ ਹੜਤਾਲ ਤੇ ਚਲੇ, ਕਰਮਚਾਰੀ ਤੇ ਹੜਤਾਲ ਤੇ ਚਲੇ ਗਏ ਸੀ ਵੀ ਜਦੋਂ ਉਹਨਾਂ ਦੇ ਬੰਦਿਆਂ ਦੇ ਉੱਤੇ ਮਾਮਲੇ ਦਰਜ ਹੋਏ ਸੀਗੇ। ਵੀ ਕਿਤੇ ਨਾ ਕਿਤੇ ਇਹ ਲੋਕ ਇਸ ਜਾਣਨਾ ਚਾਹੁੰਦੇ ਵੀ ਕੀ ਤੁਸੀਂ ਸਰਕਾਰ ਤੁਹਾਨੂੰ ਤਨਖਾਹ ਦਿੰਦੀ ਹੈ, ਵੀ ਕੀ ਭ੍ਰਸ਼ਟਾਚਾਰ ਤੁਹਾਡਾ ਜਨਮ ਸਿੱਧ ਅਧਿਕਾਰ ਹੈ? ਭ੍ਰਸ਼ਟਾਚਾਰ ਇੱਕ ਤੇ ਤੁਸੀਂ ਕਰੋ, ਫਿਰ ਤੁਸੀਂ ਜਦੋਂ ਫੜੇ ਜਾਂਦੇ ਹੋ ਫਿਰ ਸਰਕਾਰ ਦੇ ਉੱਪਰ ਦਬਾਅ ਬਣਾਉਣ ਲਈ ਹੜਤਾਲਾਂ ਕਰਦੇ ਹੋ। ਇਹ ਲੋਕ ਸਵਾਲ ਪੁੱਛਦੇ ਆ, ਜਿਹੜਾ ਕਿ ਸਰਕਾਰ ਨੂੰ ਵੀ ਜਿਹੜਾ ਜਵਾਬ ਦੇਣਾ ਪਏਗਾ। ਹੁਣ ਇਹ ਵੀ ਵੇਖਣਾ ਵੀ ਸਰਕਾਰ ਇਹਨਾਂ ਦੇ ਨਾਲ ਕੀ ਵਾਅਦੇ ਕਰਦੀ, ਕਿਉਂਕਿ ਹੁਣ ਜਦੋਂ ਇੱਕ ਅਧਿਕਾਰੀ ਫੜਿਆ ਗਿਆ, ਉਹਦਾ ਰਿਮਾਂਡ ਲੈ ਲਿਆ ਗਿਆ, ਤੇ ਉਹ ਤੇ ਇੱਕ ਪ੍ਰੋਸੀਜਰਲ ਦੇ ਤਹਿਤ ਹੀ ਉਹਨੂੰ ਛੱਡਣਾ ਹੈ ਨਾ, ਜੇ ਮਾਮਲਾ ਕੀ ਬਣੇਗਾ ਕੀ ਨਹੀਂ ਬਣੇਗਾ ਉਹ ਤੇ ਕੋਰਟ ਨੇ ਡਿਸਾਈਡ ਕਰਨਾ ਹੈ। ਪਰ ਇਹ ਵੀ ਹੈ ਕਿ ਹੁਣ IAS ਅਧਿਕਾਰੀ, ਤੁਹਾਨੂੰ ਇਹ ਵੀ ਯਾਦ ਹੋਣਾ, ਉਹ ਜਿਹੜਾ ਉਹ ਡਿਪਾਰਟਮੈਂਟ ਹੈ ਪੰਜਾਬ ਸਟੇਟ ਇੰਡਸਟਰੀਅਲ ਐਕਸਪੋਰਟ ਕਾਰਪੋਰੇਸ਼ਨ PSIEC, ਉਹਨਾਂ ਦੇ ਜਿਹੜੇ KMD ਸੀਗੇ 2008 ਬੈਚ ਦੀ ਨੀਲਿਮਾ ਮੈਡਮ ਹੈ, ਉਹਨਾਂ ਦੇ ਉੱਪਰ ਵੀ ਮਾਮਲਾ ਦਰਜ ਹੈ। ਵੀ ਹੁਣ ਕਿਤੇ ਨਾ ਕੀ IAS ਲੌਬੀ ਵੀ ਜਿਹੜੀ ਹੈ ਉਹ ਵੀ ਇਹਨਾਂ ਨੂੰ ਸਪੋਰਟ ਕਰੂਗੀ? ਇਹ ਵੀ ਬੜਾ ਵੱਡਾ ਸਵਾਲ ਹੈ। ਵੀ ਕਿਤੇ ਨਾ ਕਿਤੇ ਜਾਂ ਇਹ ਲੋਕ ਸਿਸਟਮ ਇਸ ਤਰ੍ਹਾਂ ਦਾ ਬਣ ਗਿਆ ਹੈ ਵੀ ਮੰਤਰੀ ਅੱਜ ਹੈ, ਅਗਲੀ ਵਾਰੀ ਕਿੰਨੇ ਬੰਨਾ। ਦੇਖੋ ਨਾ, ਹੈਲਥ ਦੀ ਜੇ ਗੱਲ ਕਰੀਏ ਤੇ ਚੇਤਨ ਸਿੰਘ ਜੋੜਾ ਮਾਜਰਾ, ਉਹਨਾਂ ਤੋਂ ਪਹਿਲੇ ਡਾਕਟਰ ਵਿਜੇ ਸਿੰਗਲਾ, ਤੇ ਤੀਜਾ ਹੁਣ ਡਾਕਟਰ ਬਲਬੀਰ ਸਿੰਘ ਬਣਾਤੇ ਗਏ ਵੀ 3 ਮੰਤਰੀ ਤੇ 8-10 ਮਹੀਨਿਆਂ 'ਚ ਅਧਿਕਾਰੀ ਉਹ ਰਹਿੰਦੇ ਨੇ, ਇਹ ਕਿਤੇ ਮਰਜ਼ੀ ਚਲੇ ਜਾਣ। ਹੁਣ ਮੈਂ ਤੁਹਾਨੂੰ ਇਹ ਵੀ ਦੱਸਾਂਗਾ ਵੀ ਇਹ ਐਕਟ ਹੈਗਾ ਕੀ ਹੈ। ਬੇਸਿਕਲੀ ਸਰਕਾਰ ਨੇ ਤੇ ਬੇਸਿਕਲੀ ਇੱਕ ਇਹੋ ਹੀ ਵਾਅਦਾ ਕਰਕੇ ਆਈ ਸੀ, ਬਦਲਾਵ ਦੇ ਕਰਕੇ ਕਿਹਾ ਸੀਗਾ ਵੀ ਅਸੀਂ ਬਦਲਾਵ ਦਿਆਂਗੇ, ਇੱਕ ਵਿਕਲਪ ਦਿਆਂਗੇ, ਕਿਉਂਕਿ ਲੋਕ ਭ੍ਰਸ਼ਟਾਚਾਰ ਚੋਂ ਬਹੁਤ ਤੰਗ ਹੋ ਗਏ ਸੀ। ਗੱਲਾਂ ਤੇ ਸਾਰੇ ਕਰਦੇ ਆ ਵੀ ਭ੍ਰਸ਼ਟਾਚਾਰ ਦੇ ਖਿਲਾਫ ਸੀ ਗੱਲ, ਪਰ ਇਹ ਕਰਦੇ ਕੁਛ ਨਹੀਂ। ਤੁਹਾਨੂੰ ਯਾਦ ਹੋਣਾ ਵੀ ਕਿਸ ਤਰ੍ਹਾਂ ਇੱਕ ਮੰਤਰੀ ਸਾਬਕਾ ਜਿਹੜਾ ਹੈ ਉਹ ਪੋਸਟ ਸਕਾਲਰਸ਼ਿਪ, ਜਿਹੜਾ ਮੈਟ੍ਰਿਕ ਸਕਾਲਰਸ਼ਿਪ ਘਟਾਲਾ ਸਾਹਮਣੇ ਆਉਂਦਾ ਹੈ ਤੇ ਉਹਨੂੰ ਕਲੀਨ ਚਿਟ ਦਿੱਤੀ ਜਾਂਦੀ ਹੈ। ਇਰੀਗੇਸ਼ਨ ਘੁਟਾਲੇ ਦੀ ਗੱਲ ਹੁਣ ਕਈ ਬੰਦੇ ਫੜੇ ਵੀ ਗਏ, ਕਈ ਜਿਹੜੇ ਹੈ IAS ਅਧਿਕਾਰੀਆਂ ਕੋ ਜਿਹੜੇ ਸਾਬਕਾ ਨੇ ਉਹਨਾਂ ਕੋ ਪੁੱਛਗਿੱਛ ਵੀ ਹੋ ਚੁੱਕੀ ਹੈ। ਮਤਲਬ ਇਹ ਸਾਰੇ ਜਿਹੜੇ ਹੈ ਇੱਕ ਕਿਸ ਤਰ੍ਹਾਂ ਇਹ ਸਿਸਟਮ ਇਹ ਚੱਲ ਰਿਹਾ ਹੈ, ਬਹੁਤ ਸਾਰੇ ਜਿਹੜੇ ਮਤਲਬ ਦਬਾਅ, ਕਿਸ ਤਰ੍ਹਾਂ ਇਹ ਸਰਕਾਰ ਜਿਹੜੀ ਹੈ ਬਿਨਾਂ ਦਬਾਅ ਤੋਂ ਦਬਾਅ 'ਚ ਆਇਆ ਕੰਮ ਕਰ ਰਹੀ ਸੀ, ਤੇ ਹੁਣ ਲੱਗਦਾ ਵੀ ਅਧਿਕਾਰੀ ਕਿਆ ਇਹਨਾਂ ਨੂੰ ਦਬਾਉਣਾ ਚਾਹੁੰਦੇ ਆ। ਹੁਣ ਕਰਪਸ਼ਨ ਜਿਹੜਾ ਇਹਨਾਂ ਦਾ ਐਕਟ ਆ, ਜਿੱਥੋਂ ਤੱਕ ਮੈਂ ਪੁੱਛਿਆ ਲੋਕਾਂ ਨੂੰ ਵੀ ਜਿਹੜਾ 17A, ਜਿਹਦੀ ਇਹ ਹਮੇਸ਼ਾ ਹੀ ਦੁਹਾਈ ਦਿੰਦੇ ਨੇ ਵੀ 17A ਪ੍ਰੀਵੈਂਸ਼ਨ ਆਫ ਕਰਪਸ਼ਨ ਐਕਟ ਜਿਹੜਾ ਉਹ ਹੈਗਾ, ਵੀ ਜੇ ਉਹਦੇ 'ਚ ਸਾਫ਼ ਇਹ ਲਿਖਿਆ ਵੀ ਜੇ ਕਰਪਸ਼ਨ ਦੇ ਲੈਣ ਦੇਣ ਦੇ ਮਾਮਲੇ ਦੇ ਵਿੱਚ
ਗ੍ਰਿਫਤਾਰ ਕੀਤਾ ਜਾਏ ਕਿਸੇ ਨੂੰ, ਮੰਨ ਲਓ ਕੋਈ ਪੈਸੇ ਹੀ ਲੈਂਦਾ ਹੈ ਤੇ ਜੇ ਉਹਨੇ ਕੋਈ ਦਸਤਾਵੇਜ਼ ਡਾਕੂਮੈਂਟਸ ਨਾਲ ਛੇੜਛਾੜ ਕੀਤੀ ਹੈ, ਜਿਵੇਂ ਕਿ ਇਹਦੇ 'ਚ ਕਿਹਾ ਗਿਆ ਹੈ ਪੰਜਾਬ ਸਟੇਟ ਇੰਡਸਟਰੀ ਕਾਰਪੋਰੇਸ਼ਨ ਦੇ ਵਿੱਚ ਵੀ ਫੋਰੈਂਸਿਕ ਦੀ ਜਾਂਚ ਆ ਗਈ ਹੈ ਵੀ ਬਹੁਤ ਦਸਤਾਵੇਜ਼ ਗਾਇਬ ਨੇ ਉਤੋਂ, ਉਹਨਾਂ ਨਾਲ ਫੋਰਜਰੀ ਹੋਈ ਹੈ, ਫਿਰ ਐਸੇ ਮਾਮਲਿਆਂ ਦੇ ਵਿੱਚ 17A ਜਿਹੜਾ ਪ੍ਰੀਵੈਂਸ਼ਨ ਆਫ ਕਰਪਸ਼ਨ ਐਕਟ ਹੈ, ਮਨਜ਼ੂਰੀ ਲੈਣ ਦੀ ਲੋੜ ਨਹੀਂ ਹੈ ਵਿਜੀਲੈਂਸ ਕੋਲੋਂ, ਵਿਜੀਲੈਂਸ ਨੂੰ ਕਿਸੇ ਕੋਲੋਂ। ਹੁਣ ਕਦੋਂ ਲੋੜ ਪੈਂਦੀ ਹੈ? ਕਹਿੰਦੇ ਉਦੋਂ ਲੋੜ ਪੈਂਦੀ ਹੈ ਜਦੋਂ ਕੋਈ ਅਧਿਕਾਰੀ ਫੈਸਲਾ ਦਿੰਦਾ ਹੈ, ਕਿਉਂਕਿ ਇਹਨਾਂ ਕੋਲ ਜੁਡੀਸ਼ੀਅਲੀ ਪਾਵਰਾਂ ਵੀ ਹੁੰਦੀਆਂ ਤੁਹਾਨੂੰ ਪਤਾ ਹੀ ਹੈ, ਤੇ ਫਿਰ ਆਰਡਰ ਦਿੰਦਾ ਹੈ ਤੇ ਜਾਂ ਆਪਣਾ ਓਪੀਨੀਅਨ ਦਿੰਦਾ ਹੈ, ਤੇ ਜਦੋਂ ਦੂਜੀ ਸਰਕਾਰ ਆ ਜਾਂਦੀ ਜਾਂ ਦੂਜਾ ਅਧਿਕਾਰੀ ਆ ਜਾਂਦਾ ਤੇ ਉਹ ਉਹਨਾਂ ਆਰਡਰਾਂ ਨਾਲ ਸਹਿਮਤ ਨਹੀਂ ਹੁੰਦਾ, ਜਾਂ ਉਹਨੂੰ ਇਹ ਲੱਗਦਾ ਵੀ ਜਦੋਂ ਇਹ ਅਧਿਕਾਰੀ ਨੇ ਆਰਡਰ ਕੀਤੇ ਜਾਂ ਫੈਸਲਾ ਦਿੱਤਾ ਜਾਂ ਆਦੇਸ਼ ਦਿੱਤੇ ਉਹਨੇ ਆਪਣੇ ਹਿੱਤਾਂ ਨੂੰ ਧਿਆਨ 'ਚ ਰੱਖਿਆ, ਫਿਰ ਇਹਨਾਂ ਦੇ ਜਾਂ ਇਹਨਾਂ ਨੇ ਕੋਈ ਆਪਣੇ ਉਹਦਾ ਦੁਰਉਪਯੋਗ ਕੀਤਾ ਹੈ ਆਪਣੀ ਪੋਸਟ ਦਾ, ਫਿਰ ਇਹਨਾਂ ਦੇ ਖਿਲਾਫ ਕਾਰਵਾਈ ਕਰਨ ਤੋਂ ਪਹਿਲੇ ਜਿਹੜੀ ਹੈ 17A ਪ੍ਰੀਵੈਂਸ਼ਨ ਆਫ ਕਰਪਸ਼ਨ ਐਕਟ ਹੈ, ਇਹਦੇ ਤਹਿਤ ਮਨਜ਼ੂਰੀ ਲੈਣ ਦੀ ਲੋੜ ਪੈਂਦੀ ਹੈ। ਹੁਣ ਸਵਾਲ ਇਹ ਵੀ ਆ ਵੀ ਜੇ ਵਾਕਈ ਜਿਵੇਂ ਇਹ ਗੱਲ ਹੁਣ ਕਰਦੇ ਆਂ ਵੀ ਇਹਦੇ 'ਚ ਮਨਜ਼ੂਰੀ ਨਹੀਂ ਲਈ ਗਈ ਤੇ ਇਹਨਾਂ ਕੋਲ ਐਡੇ ਐਡੇ ਵੱਡੇ ਵਕੀਲ ਹੈ, ਸਾਰਾ ਸੰਪੰਨ ਲੋਕ ਨੇ, ਦੇਖੋ ਇਹਨਾਂ ਕੋਲ ਇੰਨੇ ਪੈਸੇ ਹੈ, ਜੇ ਇੰਨੀਆਂ ਵੱਡੀਆਂ ਇਹਨਾਂ ਨੇ ਜਾਇਦਾਦਾਂ ਬਣਾਈਆਂ ਤੇ ਕੋਈ ਵੱਡਾ ਵਕੀਲ ਕਰਕੇ ਜੱਜ ਸਾਹਿਬ ਨੂੰ ਦੱਸਦੇ ਨਾ ਵੀ ਜੱਜ ਸਾਹਿਬ ਵੀ ਇਹ ਸਾਡੇ ਨਾਲ ਗਲਤ ਹੋਇਆ ਹੈ, ਵੀ ਵਿਜੀਲੈਂਸ ਸਾਡੇ ਨਾਲ ਧੱਕਾ ਕਰ ਰਹੀ ਹੈ, ਤੇ ਬਿਲਕੁਲ ਜੱਜ ਸਾਹਿਬ ਫਿਰ ਆਦੇਸ਼ ਵੀ ਦੇ ਸਕਦੇ ਸੀ, ਹੋ ਸਕਦਾ ਕਿ ਉਸੇ ਵੇਲੇ ਬੇਲ ਵੀ ਮਿਲ ਜਾਂਦੀ, ਪਰ ਉਹਨਾਂ ਨੂੰ ਤੁਹਾਨੂੰ ਜਿਵੇਂ ਰਿਮਾਂਡ ਤੇ ਦੇ ਦਿੱਤਾ ਗਿਆ। ਮੈਂ ਤੁਹਾਨੂੰ ਦੱਸਿਆ। ਹੁਣ ਸਵਾਲ ਜਿਹੜਾ ਇੱਕ ਹੋਰ ਸਵਾਲ ਹੈ ਕਿ ਝਾਰਖੰਡ 'ਚ ਫੜੀ ਗਈ ਸੀ, ਤੁਹਾਨੂੰ ਯਾਦ ਹੋਣਾ, IAS ਅਧਿਕਾਰੀ ਪੂਜਾ ਸਿੰਘਲ, ਆਰੋਪ ਲੱਗੇ ਸੀ ਕਿ 200 ਕਰੋੜ ਰੁਪਏ ਦੀ ਪ੍ਰਾਪਰਟੀ ਹੈ ਉਹਦੇ ਕੋਲ, ਤੇ ਉਦੋਂ ਤਾਂ ਕਿਸੇ ਨੇ ਦੇਖੋ ਨਾ ਉੱਥੇ ਹੜਤਾਲ ਨਹੀਂ ਕੀਤੀ IAS ਅਫਸਰ ਨੇ। ਫਿਰ ਇਸ ਤਰ੍ਹਾਂ ਹੀ ਛੱਤੀਸਗੜ੍ਹ ਦੇ ਇੱਕ ਵੱਡੇ ਅਧਿਕਾਰੀ ਉਹਨਾਂ ਨੂੰ ਵੀ ਫੜਿਆ ਗਿਆ ਸੀ, ਉਦੋਂ ਕਿਸੇ ਅਧਿਕਾਰੀ ਨੇ ਹੜਤਾਲ ਨਹੀਂ ਕੀਤੀ। ਮਤਲਬ ਇਸ ਤਰ੍ਹਾਂ ਦੀਆਂ ਹੋਰ ਵੀ ਬਹੁਤ ਸਾਰੀਆਂ ਉਦਾਹਰਨਾਂ ਹੈ ਵੀ ਜਦੋਂ ਅਫਸਰ ਫੜੇ ਜਾਂਦੇ ਆ ਪਰ ਹੜਤਾਲ ਨਹੀਂ ਹੁੰਦੀ। ਪਰ ਹੁਣ ਜਿਵੇਂ ਆਮ ਆਦਮੀ ਪਾਰਟੀ ਦੀ ਸਰਕਾਰ ਕੰਮ ਕਰ ਰਹੀ ਹੈ, ਜ਼ੀਰੋ ਟੋਲਰੈਂਸ ਦੀ ਗੱਲ ਕਰ ਰਹੀ ਹੈ, ਤੇ ਲਗਾਤਾਰ ਦੇਖੋ ਇੰਨੇ ਵਿਜੀਲੈਂਸ ਨੇ ਅੱਜ ਆંકੜੇ ਵੀ ਜਾਰੀ ਕੀਤੇ, ਉੱਤੇ ਵੀ ਗੱਲ ਕਰਾਂਗੇ, ਤੇ ਕਿੰਨੇ ਜਿਹੜੇ ਡਿਪਾਰਟਮੈਂਟ ਹੈਗੇ ਆ ਉਹ ਹੁਣ ਮਤਲਬ ਡਰਨ ਲੱਗ ਗਏ ਆ ਵੀ ਯਾਰ ਕਿਤੇ ਸਾਡੀ ਵਾਰੀ ਨਾ ਆ ਜਾਏ। ਹੁਣ ਕਈ ਥਾਵਾਂ ਤੇ ਇਹ ਵੀ ਪਤਾ ਲੱਗਦਾ ਇੱਥੇ ਹੈਲਥ ਡਿਪਾਰਟਮੈਂਟ ਦੇ ਵਿੱਚ ਬਹੁਤ ਐਸੇ ਲੋਕ ਬੈਠੇ ਆ ਜਿਹੜੇ ਭ੍ਰਸ਼ਟਾਚਾਰੀ ਸੀਗੇ, ਫੜੇ ਗਏ, ਫਿਰ ਉਹ ਵੱਡੀਆਂ ਪੋਸਟਾਂ ਤੇ ਬੈਠੇ ਹੋਏ ਆ। ਹੁਣ ਇਹ ਵੀ ਦੇਖੋ, ਤੁਹਾਨੂੰ ਯਾਦ ਹੋਣਾ ਸੀ ਪਹਿਲੇ ਵੀ ਖਬਰ ਕੀਤੀ ਸੀ ਵੀ 125 ਤੋਂ ਜੱਜ ਤੇ ਐਸੇ ਵਿਜੀਲੈਂਸ ਕੋ ਕੇਸ ਨੇ ਜਿਹਦੀਆਂ ਮਨਜ਼ੂਰੀਆਂ ਲੈਣੀਆਂ ਬਾਕੀ ਹੈ। ਚੀਫ ਸੈਕਟਰੀ ਵਿਜੇ ਕੁਮਾਰ ਜੰਜੂਆ ਵਾਰ-ਵਾਰ ਅਧਿਕਾਰੀਆਂ ਨੂੰ ਕਹਿ ਚੁੱਕੇ ਹੈ ਵੀ ਤੁਸੀਂ ਇਹਨਾਂ ਦੀ ਮਨਜ਼ੂਰੀ ਦਿਓ, ਤੇ ਜੇ ਮਨਜ਼ੂਰੀ ਨਹੀਂ ਦੇਣੀ ਤੇ 48 ਘੰਟੇ ਜਾਂ 72 ਘੰਟੇ ਦੇ ਵਿੱਚ ਉਹਦੀ ਆਪਣੀ ਨੋਟਿੰਗ ਦਿਓ ਵੀ ਤੁਸੀਂ ਇਹਦੇ ਤੇ ਮਨਜ਼ੂਰੀ ਕਿਹੜੀ ਗੱਲੋਂ ਨਹੀਂ ਦੇ ਰਹੇ। ਪਰ ਇਹ ਅਧਿਕਾਰੀ ਕੁਝ ਨਹੀਂ ਸੁਣਦੇ। ਹੁਣ ਇਹ ਸ਼ਾਇਦ ਇਸ ਕਰਕੇ ਹੀ ਚੀਫ ਸੈਕਟਰੀ ਵਿਜੇ ਕੁਮਾਰ ਜੰਜੂਆ ਦੇ ਵੀ ਖਰਾਬ ਹੋ ਗਏ। ਪਰ ਕੁੱਲ ਮਿਲਾ ਕੇ ਇਹ ਹੈ ਕਿ ਹੁਣ ਅੱਜ ਦੇਖੋ ਸਰਕਾਰ ਨਾਲ ਇਹਨਾਂ ਦੀ ਕੀ ਨਿਬੜਦੀ ਹੈ। ਇਹ ਹੁਣ ਜੇ ਹੜਤਾਲ ਲੰਬੀ ਖਿੱਚਦੀ ਹੈ, ਜਿਵੇਂ ਅੱਜ ਰੈਵਨਿਊ ਦੇ ਅਧਿਕਾਰੀ ਵੀ ਨਾਲ ਚਲੇ ਗਏ ਹੈ, PCS ਦੇ ਬਹੁਤ ਸਾਰੇ ਜਿਹੜੇ ਮਤਲਬ ਪੂਰਾ ਪੰਜਾਬ ਦਾ ਕੰਮ ਹੀ ਠੱਪ ਹੈ, ਲੋਕਾਂ ਦਾ ਤੇ ਜਿਨ੍ਹਾਂ ਨੇ ਕੰਮ ਕਰਾਉਣ ਆਉਣਾ ਹੈ, ਬਹੁਤ ਸਾਰੇ ਜ਼ਰੂਰੀ ਕੰਮ ਹੁੰਦੇ ਜਿਹੜੇ ਕਰਾਉਣ ਆਉਣੇ ਹੁੰਦੇ ਆ, ਮੁਸ਼ਕਿਲ 'ਚ ਤੇ ਸਰਕਾਰ ਆਏਗੀ। ਆਪਣੇ ਸਾਹਿਬ ਪੱਤਰਕਾਰ NS ਪਰਵਾਨਾ ਦੇ ਬੇਟੇ ਨੂੰ ਫੜਨ ਦਾ ਬਹੁਤ ਵਿਰੋਧ ਹੋ ਰਿਹਾ, ਆਖਿਰ ਕੀ ਇਹ ਮਾਮਲਾ ਸਾਰਾ? ਦੇਖੋ, ਰਵਾਨਾ ਸਾਹਿਬ ਬਹੁਤ ਹੀ ਸਤਿਕਾਰਯੋਗ ਪੱਤਰਕਾਰ ਸੀਗੇ, ਬਹੁਤ ਸੀਨੀਅਰ ਪੱਤਰਕਾਰ ਸੀਗੇ, ਇਹਨਾਂ ਨੇ ਲੰਬਾ ਸਮਾਂ ਪੱਤਰਕਾਰਤਾ ਕੀਤੀ ਹੈ। ਉਹਨਾਂ ਦੀ ਮੌਤ ਹੋ ਗਈ ਸੀਗੀ, ਉਹਨਾਂ ਦਾ ਸੰਸਕਾਰ ਸੀਗਾ, ਤੇ ਇਹਨਾਂ ਦਾ ਬੇਟਾ ਹੈ ਜਿਹਦਾ ਨਾਮ ਹੈ SP ਸਿੰਘ। ਇਹ ਕਿਸੇ ਵੇਲੇ ਨਾ ਪੰਜਾਬ ਸਟੇਟ ਇੰਡਸਟਰੀਅਲ ਐਕਸਪੋਰਟ ਕਾਰਪੋਰੇਸ਼ਨ ਦੇ ਆਫੀਸ਼ੀਏਟਿੰਗ ਡਾਇਰੈਕਟਰ ਰਹੇ ਹੈ। ਇਹਨਾਂ ਦੇ ਇਹ ਆਰੋਪ ਹੈ, ਜਿਵੇਂ ਤੁਹਾਨੂੰ ਪਿੱਛੇ ਅਸੀਂ ਪ੍ਰੋਗਰਾਮ ਕੀਤਾ ਸੀਗਾ ਵੀ ਉੱਥੇ 25 ਏਕੜ ਜ਼ਮੀਨ ਸੀਗੀ 1987 ਦੇ ਵਿੱਚ ਸਰਕਾਰ ਨੇ ਉੱਥੇ ਇੰਡਸਟਰੀ ਲੱਗਣ ਵਾਸਤੇ ਦਿੱਤੀ ਸੀਗੀ, ਤੇ ਉਸ ਤੋਂ ਬਾਅਦ ਉੱਥੇ ਇੰਡਸਟਰੀ ਤਾਂ ਲੱਗੀ ਨਹੀਂ। ਫਿਰ ਕਿਸ ਤਰ੍ਹਾਂ ਜਦੋਂ ਮੰਤਰੀ ਸੀਗੇ ਸੁੰਦਰ ਸ਼ਾਮ ਅਰੋੜਾ, ਤੇ ਕਿਸ ਤਰ੍ਹਾਂ ਇੱਕ ਸੋਚੀ ਸਮਝੀ ਸਾਜ਼ਿਸ਼ ਦੇ ਤਹਿਤ ਇਹ ਟਰਾਂਸਫਰ ਕਰਤੀ ਗਈ ਗੁਲਮੋਹਰ ਟਾਊਨਸ਼ਿਪ ਜਿਹੜੀ ਪ੍ਰਾਈਵੇਟ ਲਿਮਿਟਿਡ ਹੈ, ਉਹਨਾਂ ਨੂੰ ਫਾਇਦਾ ਪਹੁੰਚਾਇਆ ਗਿਆ ਵੀ ਉੱਥੇ ਬੰਨੀ ਤੇ ਲੱਗਣੀ ਤਾਂ ਇੰਡਸਟਰੀ ਸੀਗੀ, ਪਰ ਉੱਥੇ ਪਲਾਟ ਕੱਟਤੇ ਗਏ 1000 1500 ਗਜ ਦੇ, ਜਦ ਕਿ 1 ਏਕੜ ਦਾ ਉਹ ਪਲਾਟ ਸੀਗਾ। ਕਿਹਾ ਜਾ ਰਿਹਾ ਵੀ 600-700 ਕਰੋੜ ਰੁਪਏ ਦਾ ਨੁਕਸਾਨ ਹੋਇਆ ਗਵਰਨਮੈਂਟ ਨੂੰ। ਹੁਣ ਉਸ ਮਾਮਲੇ ਦੇ ਵਿੱਚ ਵਿਜੀਲੈਂਸ ਨੂੰ ਇਹਨਾਂ ਦੀ ਜ਼ਰੂਰਤ ਸੀ, ਤੇ ਇਹ ਵਿਜੀਲੈਂਸ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਹ ਵਾਰ-ਵਾਰ ਨਾ ਬੁਲਾਉਣ ਤੇ ਆ ਨਹੀਂ ਰਹੇ ਸੀ। ਸਾਡੀ ਜਾਣਕਾਰੀ ਦੇ ਮੁਤਾਬਿਕ ਇਹਨਾਂ ਦਾ ਇੱਕ ਲੁੱਕ ਆਊਟ ਜਿਹੜਾ ਸਰਕੂਲਰ ਉਹ ਵੀ ਜਾਰੀ ਕੀਤਾ ਗਿਆ ਸੀਗਾ, ਤੇ ਜਿੱਦਣ ਇਹ ਪਰਵਾਨਾ ਸਾਹਿਬ ਦੀ ਡੈਥ ਹੁੰਦੀ ਹੈ ਤੇ ਇਹ ਆਉਂਦੇ ਆ, ਇਹਨਾਂ ਨੇ ਉਹਨਾਂ ਦੀ ਕ੍ਰਮੇਸ਼ਨ ਤੇ ਹੀ ਜਦੋਂ ਹੋ ਜਾਂਦੀ ਹੈ ਪਰਵਾਨਾ ਸਾਹਿਬ ਦੀ, ਤੇ
ਇਹਨਾਂ ਨੂੰ ਗ੍ਰਿਫਤਾਰ ਕਰ ਲਿਆ ਜਾਂਦਾ ਹੈ। ਬਹੁਤ ਵਿਰੋਧ ਹੁੰਦਾ ਹੈ ਕਿ ਵੀ ਵਿਜੀਲੈਂਸ ਨੇ ਠੀਕ ਨਹੀਂ ਕੀਤਾ। ਹੁਣ ਭਾਵੇਂ ਦੇਖੋ ਇਹ ਵੀ ਕਹਿੰਦੇ ਨੇ, ਐਸਪੀ ਸਿੰਘ ਹੁਣੀ ਵੀ ਕਹਿੰਦੇ ਨੇ ਵੀ ਮੈਨੂੰ ਜਿਹੜੀਆਂ ਰਸਮੀ ਜਿਹੜੀਆਂ ਮੇਰੇ ਪਿਤਾ ਜੀ ਦੀਆਂ ਅੰਤਿਮ ਸੰਸਕਾਰ ਤੋਂ ਬਾਅਦ ਜਿਹੜੀਆਂ ਰਸਮਾਂ ਹੁੰਦੀਆਂ ਉਹ ਪੂਰਾ ਕਰਨ ਦਾ ਮੌਕਾ ਦਿਓ, ਮੈਂ ਆ ਜਾਵਾਂਗਾ ਤੁਹਾਡੇ ਕੋਲ। ਪਰ ਉੱਥੇ ਵਿਜੀਲੈਂਸ ਦੇ ਜਿਹੜੇ ਅਧਿਕਾਰੀ ਹੁੰਦੇ ਨੇ ਜਿਨ੍ਹਾਂ ਨੇ ਟਰੈਪ ਲਾਇਆ ਹੁੰਦਾ ਉਹ ਬਿਲਕੁਲ ਇਹਨਾਂ ਨੂੰ ਨਹੀਂ ਛੱਡਦੇ, ਉਹਨਾਂ ਨੂੰ ਫੜ ਲੈਂਦੇ ਨੇ। ਤੇ ਇਸ ਕਰਕੇ ਜਿਹੜਾ ਉਹ ਇਹਨਾਂ ਦਾ ਵਿਜੀਲੈਂਸ ਦਾ ਬਹੁਤ ਵਿਰੋਧ ਹੋ ਰਿਹਾ। ਪਰ ਜੇ ਵਿਜੀਲੈਂਸ ਵਾਲਿਆਂ ਦੀ ਮੰਨੀਏ ਤੇ ਕਹਿੰਦੇ ਵੀ ਸਾਨੂੰ ਇਹ ਡਰ ਸੀਗਾ ਵੀ ਇਹ ਕਿਤੇ ਫਿਰ ਭੱਜ ਨਾ ਜਾਣ, ਜਿਵੇਂ ਬਹੁਤ ਸਾਰੇ ਇੰਝ ਹੁੰਦਾ ਨਾ ਜੀ ਵੀ ਫੌਰਨ ਭੱਜ ਜਾਂਦੇ ਆ। ਪਰ ਦੇਖੋ ਇਹ ਸੰਵੇਦਨਾਵਾਂ ਸਾਡੇ ਨਾਲ, ਕਿਸੇ ਦੇ ਪਿਤਾ ਦੀ ਡੈਥ ਹੁੰਦੀ ਹੈ, ਚਲੋ ਉਹਨਾਂ ਨੇ ਕੀ ਕੀਤਾ, ਉਹਨਾਂ ਦੇ ਬੇਟੇ ਨੇ ਕੀ ਨਹੀਂ ਕੀਤਾ, ਰਸਮਾਂ ਜਿਹੜੀਆਂ ਕਰਨ ਦੀ ਹੈ ਉਹ ਇਜਾਜ਼ਤ ਵਿਜੀਲੈਂਸ ਨੂੰ ਜ਼ਰੂਰ ਦੇਣੀ ਚਾਹੀਦੀ ਸੀ। ਭਾਵੇਂ ਉਹਨਾਂ ਦੇ ਨਾਲ ਆਪਣਾ ਕੋਈ ਸਟਾਫ ਲਗਾ ਦਿੰਦੇ ਉੱਥੇ, ਦੇਖੋ ਵੱਡਾ ਸਿਸਟਮ ਹੈ, ਤੁਹਾਡੇ ਕੋਲ 4 ਬੰਦੇ ਲਾ ਦਿੰਦੇ, ਗਨਮੈਨ ਲਾ ਦਿੰਦੇ, ਟਰੈਪ ਲਾ ਦਿੰਦੇ ਪੂਰਾ ਉਹਨਾਂ ਤੇ ਵੀ ਤੁਹਾਨੂੰ ਜਿੰਨਾ ਚਿਰ ਤੁਸੀਂ ਰਸਮਾਂ ਨਹੀਂ ਕਰ ਲੈਂਦੇ, 1 ਦਿਨ 2 ਦਿਨ 4 ਦਿਨ ਜਿੰਨੇ ਦਿਨ ਵੀ ਆ, ਤੇ ਉਸ ਤੋਂ ਬਾਅਦ ਤੁਸੀਂ ਪੇਸ਼ ਹੋਵੋਗੇ। ਪਰ ਵਿਜੀਲੈਂਸ ਨੇ ਉਹਨਾਂ ਨੂੰ ਫੜ ਕੇ ਅਦਾਲਤ 'ਚ ਪੇਸ਼ ਵੀ ਕਰਤਾ ਤੇ ਉਹਨਾਂ ਦਾ ਰਿਮਾਂਡ ਵੀ ਲੈ ਲਿਆ। ਭਾਜਪਾ ਦੇ ਪੰਜਾਬ ਪ੍ਰਧਾਨ ਅਸ਼ਵਨੀ ਸ਼ਰਮਾ ਜੀ, ਉਹਨਾਂ ਦਾ ਕਹਿਣਾ ਹੈ ਅਸੀਂ ਕਦੇ ਵੀ ਸ਼੍ਰੋਮਣੀ ਅਕਾਲੀ ਦਲ ਨਾਲ ਗੱਠਜੋੜ ਨਹੀਂ ਕਰਾਂਗੇ। ਦੇਖੋ ਇਹ ਤੇ ਹੁਣ ਬੀਜੇਪੀ ਅਸ਼ਵਨੀ ਸ਼ਰਮਾ ਜਿਹੜੇ ਪ੍ਰਧਾਨ ਨੇ, ਪ੍ਰਦੇਸ਼ ਅਧਿਕਸ਼ ਨੇ, ਹੁਣ ਨਹੀਂ ਕਰਾਂਗੇ ਗੱਠਜੋੜ। ਪਹਿਲੇ ਕੁਝ ਲੋਕ ਇਹ ਵੀ ਕਹਿੰਦੇ ਸੀ ਗੱਠਜੋੜ ਹੋ ਜਾਏਗਾ ਕਿ ਨਹੀਂ। ਹੁਣ ਤੇ ਦੇਖੋ ਇਸ ਕਰਕੇ ਵੀ ਗੱਠਜੋੜ ਹੋਣਾ ਜਿਹੜਾ ਸੰਭਵ ਨਹੀਂ ਲੱਗਦਾ, ਕਿਉਂਕਿ ਬਹੁਤ ਸਾਰੇ ਬੀਜੇਪੀ ਨੇ ਕਾਂਗਰਸੀ ਲੀਡਰ ਲੈ ਲਏ ਹੈ ਤੇ ਬਹੁਤ ਸਾਰੇ ਜਿਹੜੇ ਆ ਅਕਾਲੀ ਦਲ ਦੇ ਲੀਡਰ ਵੀ ਬੀਜੇਪੀ 'ਚ ਸ਼ਾਮਲ ਹੋ ਰਹੇ ਹਨ। ਜਿਵੇਂ ਪਿੱਛੇ ਜੇ ਅਸੀਂ ਕੀਤੀ ਸੀ ਡਾਕਟਰ ਦਲਬੀਰ ਸਿੰਘ ਵੇਰਕਾ ਸ਼ਾਮਲ ਹੋ ਗਏ, ਜਿਹੜੇ ਸਾਬਕਾ MLA ਰਹੇ ਹੈ ਇੱਥੋਂ, ਅਕਾਲੀ ਦਲ 'ਚ ਹੀ ਹੁੰਦੇ ਸੀਗੇ ਉਹ। ਹੁਣ ਉਹਨਾਂ ਨੂੰ ਇਹ ਲੱਗਦਾ ਵੀ ਜਦੋਂ ਉਹਨਾਂ ਦਾ ਇਹ ਕਹਿਣਾ ਵੀ ਜਦੋਂ ਸਾਨੂੰ ਲੋੜ ਸੀ, ਯਾਨੀ ਕਿ ਜਦੋਂ ਕ੍ਰਿਸ਼ੀ ਕਾਨੂੰਨ ਸੀਗੇ ਤੇ ਉਦੋਂ ਇਹਨਾਂ ਨੇ ਸਾਡਾ ਸਾਥ ਨਹੀਂ ਦਿੱਤਾ। ਹੁਣ ਦੇਖੋ ਇਹ ਰਾਜਨੀਤੀ ਦੇ ਵਿੱਚ ਇਹ ਸਭ ਬਿਆਨਬਾਜ਼ੀਆਂ ਹੁੰਦੀਆਂ, ਕੱਲ ਨੂੰ ਕੌਣ ਕਿਹਦੇ ਨਾਲ ਚੱਲ ਜਾਵੇ, ਕੌਣ ਆ ਜਾਵੇ, ਇਹਦੇ 'ਚ ਕੋਈ ਦੁਸ਼ਮਣ ਨਹੀਂ, ਕੋਈ ਸੱਜਣ ਨਹੀਂ। ਵੀ ਜਿਹਦੇ ਤੁਸੀਂ ਦੇਖੋ ਨਾ ਸਾਰੀ ਉਮਰ ਕਾਂਗਰਸ 'ਚ ਰਹੇ ਕਈ ਲੋਕ, ਤੇ ਹੁਣ ਮੁੜ ਕੇ ਕਹਿੰਦੇ ਵੀ ਸਾਨੂੰ ਉਹਦੀਆਂ ਨੀਤੀਆਂ ਜਿਹੜੀਆਂ ਚੰਗੀਆਂ ਨਹੀਂ ਪਾਰਟੀ ਦੀਆਂ ਲੱਗੀਆਂ। ਸਾਰੀ ਉਮਰ ਤੁਸੀਂ ਉੱਥੇ ਰਹੇ, ਉੱਥੇ MLA ਬਣੇ, ਉੱਥੇ ਤੁਸੀਂ ਮੰਤਰੀ ਬਣੇ, ਉਹ ਫਿਰ ਤੁਸੀਂ ਚੱਲ ਕੇ ਦੂਜੀ ਪਾਰਟੀ ਚੱਲ ਗਏ, ਵੀ ਉਹਨਾਂ ਦੇ ਵਿਚਾਰਧਾਰਾ ਕਿੱਦਾਂ ਰਲ ਗਈ, ਉਹਨਾਂ ਨੂੰ ਪਹਿਲੇ ਤੁਸੀਂ ਗਾਲਾਂ ਕੱਢਦੇ ਰਹੇ ਹੋ। ਬਸ ਇਸ ਕਰਕੇ ਹੁਣ ਦੇਖੋ ਨਾ ਕਾਂਗਰਸ ਬੀਜੇਪੀ ਦੇ ਵਿੱਚ ਦੇ ਸਾਹਮਣੇ ਪਹਿਲੇ ਵੀ ਵੈਸੇ ਚੁਣੌਤੀਆਂ ਬਣੀਆਂ ਕਿਉਂਕਿ ਕਾਂਗਰਸ ਦੇ ਜਿਹੜੇ ਸੁੰਦਰ ਸ਼ਾਮ ਅਰੋੜਾ ਨੇ ਨਾ, ਬੀਜੇਪੀ ਹੁਣ ਲੈ ਕੇ ਉਹਨਾਂ ਨੂੰ ਪਛਤਾ ਵੀ ਰਹੀ ਹੈ। ਉਹ ਕਹਿੰਦੇ ਵੀ ਚੰਗਾ ਮੁਸੀਬਤ ਅਸੀਂ ਆਪਣੇ ਗੱਲ ਪਾ ਲਈਏ, ਕਿਉਂਕਿ ਬੀਜੇਪੀ ਆਪਣੇ ਆਪ ਨੂੰ ਕਹਿੰਦੀ ਹੈ ਅਸੀਂ ਭ੍ਰਸ਼ਟਾਚਾਰ ਰਹਿਤ ਪਾਰਟੀਆਂ, ਭ੍ਰਸ਼ਟਾਚਾਰ ਨਹੀਂ ਹੋਣ ਦਿਆਂਗੇ। ਪਰ ਜਿਸ ਤਰ੍ਹਾਂ ਇਹ ਦੇਖੋ ਮੁਸ਼ਕਲਾਂ ਜਿਵੇਂ ਫੌਜਾ ਸਿੰਘ ਸਰਾਰੀ ਨੂੰ ਲੈ ਕੇ ਵੀ ਬੀਜੇਪੀ ਖਾਸੀ ਆਕਰਮਕ ਸੀਗੀ। ਹੁਣ ਸੁੰਦਰ ਸ਼ਾਮ ਅਰੋੜਾ ਜਿਹੜੀ ਉਹ ਬੀਜੇਪੀ ਦੀ ਗਲੇ ਦੀ ਫਾਂਸ ਬਣੇ ਹੋਇਆ ਹੈ। ਹੁਣ ਅਕਾਲੀ ਦਲ ਇਸ ਸਥਿਤੀ 'ਚ ਨਹੀਂ ਹੈਗਾ ਕਿ ਜੋ ਲੱਗਦਾ ਹੈ ਕਿ ਹਜੇ ਇੰਨੀ ਮਾੜੀ ਸਥਿਤੀ ਕਦੀ ਨਹੀਂ ਆਈ। 2024 ਵੀ ਜਿਹੜੀ ਹੈ ਅਕਾਲੀ ਦਲ ਵਾਸਤੇ ਬੜੀ ਵੱਡੀ ਚੁਣੌਤੀ ਹੋਏਗੀ। ਹੁਣ ਬੀਜੇਪੀ ਨੂੰ ਲੱਗਦਾ ਵੀ ਅਸੀਂ ਜੇ 13 ਸੀਟਾਂ ਲੜਾਂਗੇ ਵੀ ਜਿੰਨੀਆਂ ਸਾਰੀਆਂ ਉਹਨਾਂ ਨਾਲ ਲੜ ਕੇ ਆਉਂਦੀਆਂ ਸੀ ਉਨੀਆਂ ਸਾਰੀਆਂ ਇਕੱਲੀਆਂ ਵੀ ਆ ਜਾਣੀਆਂ, ਤੇ ਇਸ ਕਰਕੇ ਇਹ ਬੀਜੇਪੀ ਹੁਣ ਤਾਂ ਬਿਆਨਬਾਜ਼ੀ ਸ਼ੁਰੂ ਹੋ ਗਈ ਹੈ ਲੋਕ ਸਭਾ ਚੁਣਾਵ ਪਰ 2024 ਚ ਨੇ। ਆਉਣ ਵਾਲਾ ਸਮਾਂ ਦੱਸੂਗਾ ਕੌਣ ਕਿਹਦੇ ਨਾਲ ਜਾਂਦਾ ਹੈ, ਕੌਣ ਕਿਹਦੇ ਖਿਲਾਫ ਹੁੰਦਾ ਹੈ। ਇੰਦੌਰ 'ਚ ਯੁਵਾ ਪ੍ਰਵਾਸੀ ਭਾਰਤੀ ਦਿਵਸ ਸੰਮੇਲਨ ਮਨਾਇਆ ਜਾ ਰਿਹਾ, ਇਹਦਾ ਆਖਰਕਾਰ ਇਹਦਾ ਮਕਸਦ ਕੀ ਹੈ ਮਨਾਉਣ ਦਾ? ਦੇਖੋ ਪ੍ਰਿੰਸ, ਇਹਦਾ ਮਕਸਦ ਤੇ ਇਹ ਹੈ ਵੀ ਜਿਹੜੇ ਪ੍ਰਵਾਸੀ ਬਾਹਰ ਚਲੇ ਜਾਂਦੇ ਉਹਨਾਂ ਨੂੰ ਭਾਰਤ ਦੀ ਧਰਤੀ ਤੇ ਲਿਆਂਦਾ ਜਾਵੇ, ਬੇਸਿਕਲੀ ਉਹ ਆ ਕੇ ਇੱਥੇ ਨਿਵੇਸ਼ ਕਰਨ। ਦੇਖੋ ਪਰ ਤੁਸੀਂ ਦੇਖੋ ਇੱਕ ਪਾਸੇ ਤੇ ਅਸੀਂ ਉਹਨਾਂ ਨੂੰ ਇੱਥੇ ਬੁਲਾ ਕੇ ਅਸੀਂ ਉਹ ਕਰ ਰਹੇ ਹਾਂ, ਸੰਮੇਲਨ ਕਰ ਰਹੇ ਹਾਂ, ਪਰ ਜਿਹੜੀ ਸੱਚਾਈ ਇਹ ਹੈ ਪ੍ਰਿੰਸ ਕਿ ਹਰ ਸਾਲ ਲੱਖਾਂ ਲੋਕ, ਜਿਹੜਾ ਆંકੜਾ ਮੈਂ ਗਲਤ ਨਹੀਂ ਆ ਤੇ ਇੱਕ ਰਿਪੋਰਟ ਛਪੀ ਸੀ ਮੈਂ ਪੜ੍ਹ ਰਿਹਾ ਸੀਗਾ, 1,80,000 ਲੋਕ ਹਰ ਸਾਲ ਇੰਡੀਆ ਛੱਡ ਕੇ ਜਾ ਰਹੇ ਹਨ। ਉਹ ਲੋਕ ਇੰਡੀਆ ਛੱਡਣ ਲੱਗੇ ਵੀ ਜਿਨ੍ਹਾਂ ਦੀ ਹੁਣ ਨੈਟਵਰਥ ਕਰੋੜਾਂ ਰੁਪਏ 'ਚ ਹੈ। 7,000 ਲੋਕ ਐਸੇ ਹੈ ਜਿਨ੍ਹਾਂ ਦੀ ਨੈਟਵਰਥ ਕੋਈ 8 ਤੋਂ 10 ਕਰੋੜ ਰੁਪਏ ਤੋਂ ਜ਼ਿਆਦਾ ਸੀਗਾ। ਹੁਣ ਜਿਹੜੇ ਹੋਰ ਵੀ ਛੱਡ ਰਹੇ ਆ ਉਹ ਵੀ ਕਹਿੰਦੇ ਵੀ ਉਹਨਾਂ ਦੀ ਚੰਗੀ ਕਮਾਈ ਹੈ ਜਾਂ ਉਹ ਚੰਗੇ ਪ੍ਰੋਫੈਸ਼ਨਲ ਹੈ, ਚੰਗਾ ਦਿਮਾਗ ਹੈ ਉਹਨਾਂ ਦਾ। ਹੁਣ ਬੜਾ ਵੱਡਾ ਸਵਾਲ ਹੈ ਵੀ ਕਿਉਂ ਵਿਦੇਸ਼ੀ ਇੰਡੀਆ ਚੋਂ ਕਿਉਂ ਭੱਜ ਰਹੇ ਆ ਲੋਕ, ਬਾਹਰ ਕਿਉਂ ਜਿਹੜਾ ਜਾਣਾ ਚਾਹੁੰਦੇ ਆ। ਹੁਣ 2020 ਦੀ ਇੱਕ ਗਲੋਬਲ ਵੈਲਥ ਮਾਈਗ੍ਰੇਸ਼ਨ ਰਿਵਿਊ ਰਿਪੋਰਟ ਹੈ, ਉਹਦੇ ਮੁਤਾਬਕ ਦੁਨੀਆ ਦੇ ਜਿਹੜੇ ਹਾਈ ਨੈਟਵਰਥ ਵਾਲੇ ਲੋਕ ਹੈ ਨਾ, ਆਪਣੇ ਦੇਸ਼ ਦੀ ਜੇ ਨਾਗਰਿਕਤਾ ਛੱਡਦੇ ਆ ਉਹਦੇ ਪਿੱਛੇ ਵਜ੍ਹਾ ਹੈ ਕਿ ਉੱਥੇ
ਜਿਹੜਾ ਅਪਰਾਧ ਜਿਹੜਾ ਕ੍ਰਾਈਮ ਲਗਾਤਾਰ ਵੱਧ ਰਿਹਾ, ਹੁਣ ਉਹਨਾਂ ਦੇ ਉਹ ਰਿਹਾ ਨਹੀਂ ਹੈ, ਜਿਹੜਾ ਰਹਿਣ ਦੇ ਲਾਇਕ ਨਹੀਂ ਰਹਿ ਗਿਆ ਮੁਲਕ। ਲੋਕ ਆਪਣੇ ਆਪ ਨੂੰ ਸੁਰੱਖਿਅਤ ਨਹੀਂ ਸਮਝਦੇ। ਜਿਨ੍ਹਾਂ ਕੋਲ ਪੈਸਾ ਉਹ ਕਹਿੰਦੇ ਮੈਂ ਆਪਣੇ ਬੱਚਿਆਂ ਨੂੰ ਇੱਥੇ ਕਿਚ ਕਿਉਂ ਰੱਖਾਂ, ਇਸ ਕਰਕੇ ਉਹ ਆਪਣੇ ਬੱਚਿਆਂ ਨੂੰ ਲੈ ਕੇ ਵਿਦੇਸ਼ਾਂ 'ਚ ਸੈਟਲ ਹੋ ਰਹੇ ਨੇ। ਹੁਣ ਰਿਪੋਰਟ ਦੀ ਜੇ ਗੱਲ ਕਰੀਏ ਤੇ ਸਾਡੇ ਜਿਹੜੇ ਇਹ ਵੀ ਲੋਕ ਸਮਝਣ ਲੱਗ ਗਏ ਹੈ ਕਿ ਇੱਥੇ ਮਹਿਲਾਵਾਂ ਲੇਡੀਜ਼ ਔਰ ਬੱਚਿਆਂ ਲਈ ਜਿਹੜਾ ਮਾਹੌਲ ਸੁਰੱਖਿਅਤ ਨਹੀਂ ਰਿਹਾ। ਕੁਝ ਲਾਈਫ ਸਟਾਈਲ ਫੈਕਟਰ ਹੈ, ਕੁਝ ਕਹਿੰਦੇ ਇੱਥੇ ਪ੍ਰਦੂਸ਼ਣ ਬੜਾ ਹੋ ਗਿਆ ਹੈ, ਦੇਖੋ ਭੀੜ ਬੜੀ ਹੋ ਗਈ ਹੈ। ਤੁਸੀਂ ਘਰੋਂ ਜਾਂਦੇ ਹੋ, ਐਕਸੀਡੈਂਟ ਕਦੋਂ ਹੋ ਜਾਣਾ ਹੈ, ਕਿੱਥੇ ਹੋ ਜਾਣਾ ਹੈ, ਕੋਈ ਰੋਂਗ ਸਾਈਡ ਤੇ ਆਂਦਾ ਹੈ, ਕੋਈ ਮੰਨਣ ਨੂੰ ਤਿਆਰ ਨਹੀਂ ਹੈ ਕਿਸੇ ਦੇ ਨਿਯਮ। ਮਤਲਬ ਸਖਤੀ ਕੋਈ ਹੈ ਨਹੀਂ। ਅੱਜ ਕੱਲ੍ਹ ਵੀ ਦੇਖੋ ਨਾ, ਕੱਲ ਇੱਕ ਪੰਜਾਬ 'ਚ ਹੀ ਹਾਦਸਾ ਹੋਇਆ, ਕੋਈ 5 ਲੋਕ ਉੱਥੇ ਮਰ ਗਏ ਹੈ। ਦੇਖੋ ਇਸ ਤਰ੍ਹਾਂ ਲੋਕ ਛੱਡ ਕੇ ਜਿਹੜੇ ਨਾ ਉਹ ਜਾਣਾ ਚਾਹੁੰਦੇ, ਉਹ ਕਹਿੰਦੇ ਮੇਰਾ ਇੱਕ ਦੋਸਤ ਛੱਡ ਕੇ ਚਲਾ ਗਿਆ ਸੀ, ਮੈਂ ਪੁੱਛਿਆ ਵੀ ਤੁਸੀਂ ਕਿਉਂ ਜਾ ਰਹੇ ਹੋ, ਉਹ ਕਹਿੰਦਾ ਵੀ ਜ਼ਿੰਦਗੀ ਨਾ ਮਿਲੇਗੀ ਦੁਬਾਰਾ, ਇਸ ਕਰਕੇ ਹੈਲਥ ਕੇਅਰ, ਬੱਚਿਆਂ ਦੀ ਐਜੂਕੇਸ਼ਨ ਨੂੰ ਲੈ ਕੇ ਤੇ ਹੋਰ ਵੀ ਕਈ ਅਪਰਚੁਨਿਟੀਆਂ ਲੈ ਕੇ ਜਿਹੜੀਆਂ ਅਸੀਂ ਇਹ ਦੇਸ਼ ਛੱਡਣਾ ਚਾਹ ਰਹੇ ਹਾਂ। ਕਮ ਸੇ ਕਮ ਕਹਿੰਦੇ ਵੀ ਉੱਥੇ ਬਿਹਤਰ ਵਿਕਲਪ ਤੇ ਹੈਗਾ ਬਿਜ਼ਨਸ ਦੇ ਲਈ, ਉੱਥੇ ਜਿਹੜੀਆਂ ਚੰਗੀਆਂ ਹੈਗੀਆਂ, ਇੱਥੇ ਕਹਿੰਦਾ ਭ੍ਰਸ਼ਟਾਚਾਰ ਨਹੀਂ ਹੈ। ਹੁਣ ਜੇ ਆਪਾਂ ਗੱਲ ਕਰੀਏ, ਇੰਡੀਅਨਸ ਜਿਹੜੇ ਆ ਉਹ ਕੈਨੇਡਾ, UK, ਨਿਊਜ਼ੀਲੈਂਡ, ਆਸਟ੍ਰੇਲੀਆ, USA, ਇੱਧਰ ਬਹੁਤ ਜ਼ਿਆਦਾ ਜਿਹੜੇ ਲੋਕ ਇੱਧਰ ਜਾ ਕੇ ਵਸ ਰਹੇ ਆ ਤੇ ਆਉਣ ਵਾਲੇ ਸਮੇਂ ਜਿਹੜੀ ਹੈ ਉਹ ਚੰਗੀ ਗੱਲ ਨਹੀਂ ਹੈ। ਹੁਣ ਦੇਖੋ ਨਾ, ਗ੍ਰੀਨ ਵੀਜ਼ਾ ਲੈਣ ਲਈ ਕਈ ਲੋਕ ਜਿਹੜੇ ਆ ਉਹ ਪਹਿਲੇ ਤੇ $5 ਲੱਖ ਇਨਵੈਸਟ ਕਰਦੇ ਸੀ, ਹੁਣ ਅਮਰੀਕਾ 'ਚ ਸ਼ਾਇਦ ਇਹਦੀ ਉਹ ਵੀ ਵਧਾ ਦਿੱਤੀ ਗਈ ਹੈ ਕਿਉਂਕਿ ਬਹੁਤ ਸਾਰੇ ਲੋਕ ਆਉਣਾ ਚਾਹੁੰਦੇ ਹੈ। ਉਹਨਾਂ ਨੇ $9 ਲੱਖ ਕਰਤਾ, ਮਤਲਬ ਕਰੀਬ 5 ਜੇ $9 ਦੀ ਗੱਲ ਕਰੀਏ $7-8 ਕਰੋੜ ਰੁਪਏ ਬਣਦਾ ਹੈ। ਉਹ ਵੇ ਤਾਂ ਵੀ ਲੋਕ ਜਿਹੜੇ ਹੈ ਉਹ ਕਹਿੰਦੇ ਵੀ ਇੱਥੇ ਰਹਿਣਾ ਨਹੀਂ। ਸਰਕਾਰਾਂ ਨੂੰ ਵੀ ਸੋਚਣਾ ਪਏਗਾ। ਦੇਖੋ ਵੋਟ ਬੈਂਕ ਦੀ ਰਾਜਨੀਤੀ ਤੇ ਧਰਮ ਦੀ ਰਾਜਨੀਤੀ ਨੇ ਇੱਥੇ ਦਾ ਬੇੜਾ ਗਰਕ ਕਰਕੇ ਰੱਖਤਾ ਵੀ ਤੁਸੀਂ ਮੁਫਤ, ਇੱਕ ਪਾਸੇ ਤੇ ਲੋਕ ਉਹ ਹੈ ਜਿਹੜੇ ਆਪਣੀ ਗੂੜੀ ਕਮਾਈ ਦਾ ਟੈਕਸ ਦਿੰਦੇ ਆ, ਇੱਕ ਪਾਸੇ ਉਹ ਲੋਕ ਹੈ ਜਿਨ੍ਹਾਂ ਨੂੰ ਤੁਸੀਂ ਮੁਫਤ ਜਿਹੜੀਆਂ ਰੇਵੜੀਆਂ ਵੰਡਦੇ ਹੋ, ਮੁਫਤ ਸਕੀਮਾਂ ਵੰਡਦੇ ਹੋ। ਇਸ ਕਰਕੇ ਸਰਕਾਰਾਂ ਨੂੰ ਇਹਦੇ ਵਾਸਤੇ ਸੋਚਣਾ ਪਏਗਾ। ਤੇ ਦੂਜੇ ਪਾਸੇ ਵੀ ਇਹ ਜਿਹੜਾ ਬੰਦਾ ਬਾਹਰ ਚਲਾ ਜਾਂਦਾ ਉੱਥੇ ਸੈਟਲ ਹੋ ਜਾਂਦਾ ਹੈ ਤੇ ਇੰਡੀਆ 'ਚ ਕੋਈ ਪ੍ਰਾਵਧਾਨ ਹੈ ਨਹੀਂ ਵੀ ਉਹ ਦੋਹਰੀ ਨਾਗਰਿਕਤਾ ਲਵੇ, ਇਸ ਕਰਕੇ ਉਹਨੂੰ ਇੰਡੀਆ ਦੀ ਨਾਗਰਿਕਤਾ ਛੱਡਣੀ ਪੈਂਦੀ ਹੈ। ਹੁਣ ਜੇ ਇੰਡੀਅਨ ਪਾਸਪੋਰਟ ਦੀ ਗੱਲ ਕਰੀਏ ਤੇ ਅਮਰੀਕਨ ਪਾਸਪੋਰਟ ਦੀ ਤੁਲਨਾ ਦੀ ਗੱਲ ਕਰੀਏ ਤੇ ਦੋਨਾਂ 'ਚ ਬਹੁਤ ਜ਼ਮੀਨ ਅਸਮਾਨ ਦਾ ਫਰਕ ਹੈ। ਸਾਡੇ ਕੋਲ ਜੇ ਪਾਸਪੋਰਟ ਹੈ ਤੇ ਅਸੀਂ ਕਰੀਬ 70-71 ਦੇਸ਼ਾਂ ਦੇ ਵਿੱਚ ਅਸੀਂ ਜਾ ਸਕਦੇ ਹਾਂ। ਸਾਡੀ ਰੈਂਕਿੰਗ ਜਿਹੜੀ ਹੈ ਉਹ 199 ਦੇਸ਼ਾਂ 'ਚੋਂ 71ਵੇਂ ਨੰਬਰ ਤੇ ਹੈ। ਤੇ ਇਸ ਤਰ੍ਹਾਂ ਹੀ ਜੇ ਅਮਰੀਕਨ ਪਾਸਪੋਰਟ ਹੈ ਤੁਹਾਡੇ ਕੋਲ ਜਾਂ ਬ੍ਰਿਟੇਨ ਦਾ ਪਾਸਪੋਰਟ ਹੈ ਤੇ ਉਹ ਬਿਨਾਂ ਵੀਜ਼ੇ ਤੁਸੀਂ 170-72 ਕੰਟਰੀ 'ਚ ਜਾ ਸਕਦੇ ਹੋ। ਇਸ ਕਰਕੇ ਇਹ ਕਾਰਨ ਨੇ ਜਿਹਦੇ ਕਰਕੇ ਲੋਕ ਹੁਣ ਵੱਡਿਆਂ ਮੁਲਕਾਂ 'ਚ ਜਾ ਰਹੇ ਨੇ। ਇਹਦੇ ਲਈ ਸਰਕਾਰ ਨੂੰ ਇਹਦੇ ਲਈ ਸੋਚਣਾ ਪਏਗਾ। ਪੰਜਾਬ 'ਚ ਬਦਮਾਸ਼ਾਂ ਦੇ ਹੌਸਲੇ ਕਾਫੀ ਬੁਲੰਦ ਨੇ, ਅਜੇ ਵੀ ਬੁਲੰਦ ਨੇ। ਤੁਸੀਂ ਦੇਖਿਆ ਅੱਜ ਇੱਕ ਕਾਂਸਟੇਬਲ ਨੂੰ ਗੋਲੀ ਮਾਰਤੀ ਗਈ ਹੈ। ਦੇਖੋ ਬੜੀ ਮੰਦਭਾਰੀ ਘਟਨਾ ਹੈ। ਇਹ ਹਾਦਸਾ ਹੋਇਆ ਦੇਰ ਰਾਤ ਲੁਧਿਆਣਾ ਜਲੰਧਰ ਦੇ ਵਿੱਚ ਫਗਵਾੜੇ ਦੇ ਕੋਲ ਹਾਦਸਾ ਹੁੰਦਾ ਹੈ। ਪੁਲਿਸ ਕਾਂਸਟੇਬਲ ਦੀ ਗੋਲੀਆਂ ਮਾਰ ਕੇ ਬੰਦੇ ਨੂੰ ਮਾਰਤਾ ਜਾਂਦਾ ਹੈ। ਹੁਣ ਉੱਥੇ ਇੱਕ ਗੱਡੀ ਲੁੱਟੀ ਜਾਂਦੀ ਹੈ, ਕਰੇਟਾ। ਉਹ ਪੁਲਿਸ ਕਾਂਸਟੇਬਲ ਕਮਲ ਬਾਜਵਾ ਇਹਦਾ ਨਾਮ ਹੈ। ਉਹਨੂੰ ਪਤਾ ਲੱਗ ਜਾਂਦਾ ਵੀ ਗੈਂਗਸਟਰ ਕੁਛ ਨਾ ਗੱਡੀ ਖੋ ਕੇ ਭੱਜ ਰਹੇ ਹੈ। ਉਹ ਉਹਨਾਂ ਦਾ ਪਿੱਛਾ ਕਰਦਾ ਹੈ। ਗੈਂਗਸਟਰ ਉਹਦੇ ਤੇ ਗੋਲੀਆਂ ਚਲਾਉਂਦੇ ਨੇ, ਉਹ ਗੋਲੀਆਂ ਦੇ ਨਾਲ ਉਹਦੀ ਮੌਤ ਹੋ ਜਾਂਦੀ ਹੈ। ਇਹ ਫਿਲੌਰ ਦੇ ਕੋਲ ਫਿਰ ਪੁਲਿਸ ਵੀ ਨਾਲ ਜਾਂਦੀ, ਪੁਲਿਸ ਵੀ ਬਦਮਾਸ਼ਾਂ ਦਾ ਪਿੱਛਾ ਕਰਦੀ ਹੈ। ਫਿਰ ਪੁਲਿਸ ਦੇ ਨਾਲ ਇਹਨਾਂ ਦੀ ਮੁੱਠਭੇੜ ਹੁੰਦੀ ਹੈ, ਨਾਕਾ ਲਾ ਲੈਂਦੀ ਪੁਲਿਸ ਤੇ ਪੁਲਿਸ ਦੀ ਫਾਇਰਿੰਗ 'ਚ 3 ਗੈਂਗਸਟਰ ਜਿਹੜੇ ਹੈ ਉਹ ਜ਼ਖਮੀ ਹੋ ਜਾਂਦੇ ਆ। ਹਾਲਾਂਕਿ ਉਹ ਇਹਨਾਂ ਨੂੰ ਗ੍ਰਿਫਤਾਰ ਤੇ ਕਰ ਲਿਆ ਗਿਆ, ਪਰ ਚੌਥਾ ਬੰਦਾ ਜਿਹੜਾ ਇਹਨਾਂ ਦਾ ਜਿਹੜਾ ਗੱਡੀ ਚਲਾਉਂਦਾ ਸੀ ਉਹ ਭੱਜ ਗਿਆ। ਉਹ ਗੈਂਗਸਟਰ ਜਿਹੜੇ ਆ ਉਹਨਾਂ ਦਾ ਇਲਾਜ ਚੱਲ ਰਿਹਾ ਤੇ ਕਾਂਸਟੇਬਲ ਜਿਹੜਾ ਉਹਦੀ ਮੌਤ ਹੋ ਗਈ ਹੈ। ਅਸੀਂ ਉਹਦੇ ਪਰਿਵਾਰ ਨਾਲ ਸੰਵੇਦਨਾਵਾਂ ਵਿਅਕਤ ਕਰਦੇ ਹਾਂ ਤੇ ਨਾਲੇ ਉਸ ਜਾਂਬਾਜ਼ ਸਿਪਾਹੀ ਨੂੰ ਸਲੂਟ ਵੀ ਕਰਦੇ ਹਾਂ ਜਿਹਨੇ ਆਪਣੀ ਜਾਨ ਦੀ ਪਰਵਾਹ ਨਾ ਕਰਦਿਆਂ ਹੋਇਆਂ ਇਹ ਬਦਮਾਸ਼ਾਂ ਦਾ ਪਿੱਛਾ ਕੀਤਾ। ਪਰ ਇਹ ਦੇਖੋ ਨਾ, ਹੁਣ ਇਹ ਜਿਹੜੇ ਬਦਮਾਸ਼ ਨੇ ਜਿਨ੍ਹਾਂ ਨੇ ਉਹਨੂੰ ਮਾਰਿਆ, ਇਹਨਾਂ ਦਾ ਤੇ ਸ਼ਰੇਆਮ ਐਨਕਾਊਂਟਰ ਹੋ ਜਾਣਾ ਚਾਹੀਦਾ ਵੀ ਇਹ ਤੁਸੀਂ ਲੰਬੀ ਇੱਕ ਪ੍ਰਕਿਰਿਆ 'ਚੋਂ ਗੁਜ਼ਰਨਾ ਪੈਂਦਾ ਹੈ। ਹੁਣੇ ਅਸੀਂ ਗੱਲ ਕੀਤੀ ਹੈ ਵੀ ਲੋਕ ਕਿਉਂ ਛੱਡ ਰਹੇ ਨੇ, ਇੱਕ ਇਹ ਬੜਾ ਵੱਡਾ ਕਾਰਨ ਹੈ। ਦੇਖੋ ਤੁਹਾਨੂੰ ਤੁਸੀਂ ਘਰਾਂ 'ਚ ਸੇਫ ਨਹੀਂ ਰਹਿ ਗਏ, ਤੁਸੀਂ ਜਾਣਦੇ ਹੋ ਆਪਣੇ ਪਰਿਵਾਰ ਦੇ ਨਾਲ ਜਿੱਥੇ ਮਰਜ਼ੀ ਕਹਿੰਦਾ ਲਿਆ ਪਿਸਤੌਲ ਦਿਖਾ ਕੇ ਤੁਹਾਡੀ ਗੱਡੀ ਖੋਹ ਲੈਂਦਾ ਵੀ, ਇਸ ਕਰਕੇ ਇਹ ਲੋਕ ਇਸ ਇੱਕ ਗੰਦ ਤੋਂ ਤੰਗ ਆ ਗਏ ਹੈ। ਹਾਲਾਂਕਿ ਸਰਕਾਰ ਨੇ ਉਸ ਕਾਂਸਟੇਬਲ ਦੇ ਪਰਿਵਾਰ ਨੂੰ 2 ਕਰੋੜ ਰੁਪਏ ਦੇਣ ਦੀ ਘੋਸ਼ਣਾ ਕੀਤੀ ਹੈ, ਪਰ ਦੇਖੋ ਉਹ ਪਰਿਵਾਰ ਦਾ ਜੀ ਜਿਹਦਾ ਚਲਾ ਗਿਆ ਉਹ
ਵਾਪਸ ਤੇ ਆਣਾ ਨਹੀਂ। ਅਸੀਂ ਸਲੂਟ ਕਰਦੇ ਹਾਂ ਕਮਲ ਬਾਜਵਾ ਦੀ ਬਹਾਦਰੀ ਨੂੰ ਤੇ ਉਹਦੇ ਪਰਿਵਾਰ ਨਾਲ ਅਸੀਂ ਸੰਵੇਦਨਾਵਾਂ ਵੀ ਵਿਅਕਤ ਕਰਦੇ ਹਾਂ। ਤਰਨਤਾਰਨ ਸਿਵਲ ਹਸਪਤਾਲ ਦੇ ਵਿੱਚ ਇੱਕ ਮਾਮਲਾ ਸਾਹਮਣੇ ਆਇਆ ਜੀ, ਆਖਰ ਕੀ ਮਾਮਲਾ ਉਹ? ਦੇਖੋ ਉੱਥੇ ਮਾਮਲਾ ਇਹ ਆਇਆ ਕਿ ਕਹਿੰਦੇ ਵੀ ਸਿਵਲ ਹਸਪਤਾਲ 'ਚ ਜਿਹੜਾ ਕਰੋਨਾ ਦੇ ਵਿੱਚ ਜਦੋਂ ਸਮਾਨ ਖਰੀਦਿਆ ਗਿਆ ਸੀ ਨਾ, ਉਹਦੇ 'ਚ ਵੱਡੀ ਹੇਰਫੇਰ ਹੋਈ ਹੈ। ਜਿਵੇਂ ਅਸੀਂ ਪਹਿਲੇ ਵੀ ਕਿਹਾ ਸੀਗਾ, ਜਦੋਂ ਕਰੋਨਾ ਆਂਦਾ ਤੇ ਕਈ ਮਾਰਦੇ ਮੁੱਛਾਂ ਨੂੰ ਤਾਂ ਕਹਿੰਦੇ ਲੈ ਵੀ ਆ ਗਏ ਮਾਲ ਕਮਾਵਾਂਗੇ, ਵੀ ਕੋਈ ਵੱਡੀ ਗੱਲ ਨਹੀਂ ਹੈ। ਪਹਿਲੇ ਵੀ ਇਹ ਦੇਖੋ ਆਰੋਪ ਲੱਗੇ ਸੀ, ਪੀਪੀ ਕਿੱਟਾਂ ਦਾ ਮਾਮਲਾ ਚੱਲ ਰਿਹਾ ਵੀ ਉੱਥੇ ਮੈਡੀਕਲ ਕਾਲਜ 'ਚ ਖਰੀਦੀਆਂ ਗਈਆਂ ਮਹਿੰਗੇ ਰੇਟਾਂ ਦੀਆਂ ਖਰਾਬ ਕਿੱਟਾਂ ਖਰੀਦ ਲਈਆਂ ਗਈਆਂ। ਇਸ ਤਰ੍ਹਾਂ ਹੀ ਇੱਕ ਉੱਥੇ ਆਰੋਪ ਲੱਗੇ ਹੈ। ਇਹ ਆਰੋਪ ਲਾਉਣ ਵਾਲੇ ਹੈਗੇ ਹੈ ਕੋਈ ਅਖਿਲ ਭਾਰਤੀ ਸੰਘਰਸ਼ ਦਲ ਦੇ ਹੈ, ਐਸਸੀ ਵਿੰਗ ਦੇ, ਉਹਨਾਂ ਦੇ ਸਰਬਜੀਤ ਮੁਰਾਦਪੁਰਾ। ਉਹਨਾਂ ਵਿਜੀਲੈਂਸ ਬਿਊਰੋ ਨੂੰ ਮੰਗ ਕੀਤੀ ਵੀ ਕਰੋਨਾ ਕਾਲ ਦੇ ਦੌਰਾਨ ਜਿਹੜਾ ਸਮਾਨ ਖਰੀਦਾ ਗਿਆ ਨਾ, ਪੀਪੀ ਕਿੱਟਾਂ, ਸੈਨੀਟਾਈਜ਼ਰ, ਮਾਸਕ, ਗਲਵਜ਼ ਜਾਂ ਹੋਰ ਸਮਾਨ ਜਿਹੜਾ ਖਰੀਦਾ ਗਿਆ, ਇਹ ਸਾਰੇ ਦਾ ਸਾਰਾ ਇਹ ਮਹਿੰਗਾ ਖਰੀਦਾ ਗਿਆ ਤੇ ਕੁਝ ਸਮਾਨ ਜਿਹੜਾ ਉਹ ਖੁਰਦ-ਬੁਰਦ ਵੀ ਕੀਤਾ ਗਿਆ। ਹੁਣ ਇਹਦੇ 'ਚ ਕਿੰਨੀ ਸੱਚਾਈ ਹੈ ਕਿੰਨੀ ਨਹੀਂ, ਹੁਣ ਤੁਹਾਨੂੰ ਇਹ ਵੀ ਪਤਾ ਵੀ ਇੱਕ ਰਿਪੋਰਟ ਵੀ ਨਸ਼ਰ ਹੋਈ ਸੀ ਕਰੋਨਾ ਦੇ ਦੌਰਾਨ ਬਹੁਤ ਸਾਰਾ ਸਮਾਨ ਆਇਆ ਤੇ ਬਹੁਤ ਸਾਰਾ ਸਮਾਨ ਦਿੱਤਾ ਹੀ ਨਹੀਂ ਗਿਆ। ਵੀ ਕਿਸ ਤਰ੍ਹਾਂ ਇਹ ਖੁਰਦ-ਬੁਰਦ ਕਰਦੇ ਰਹੇ ਵੀ ਇਹਨਾਂ ਨੂੰ ਤੇ ਕਰੋਨਾ ਜਿਹੜਾ ਨਾ, ਕਰੋਨਾ ਇਹਨਾਂ ਨੂੰ ਕਹਿੰਦੇ ਨਾ ਵਾਰ ਆ ਗਿਆ ਜੀ, ਵੀ ਕਰੋਨਾ ਆਇਆ ਵੀ ਸਾਡਾ ਮਾਲ ਬਣ ਗਿਆ ਜੀ। ਤੇ ਇਹ ਹੁਣ ਦੇਖੋ ਜਾਂਚ ਹੋਏਗੀ। ਹੁਣ ਇਹ ਮਾਮਲਾ ਉਹਨਾਂ ਕੋਲ ਵੀ ਪਹੁੰਚਿਆ ਹੈ, ਸਿਹਤ ਮੰਤਰੀ ਬਲਬੀਰ ਸਿੰਘ ਕੋਲ ਵੀ, ਤੇ ਉਹਨਾਂ ਕੋਲ ਵੀ ਜਿਹੜੇ ਡੀਸੀ ਨੇ ਤਰਨਤਾਰਨ ਦੇ, ਉਹਨਾਂ ਕੋਲ ਵੀ ਸ਼ਿਕਾਇਤ ਹੋਈ ਹੈ। ਰਿਸ਼ੀਪਾਲ ਸਿੰਘ ਉਹਨਾਂ ਦਾ ਕਹਿਣਾ ਵੀ ਜਿੰਨੀ ਵੀ ਖਰੀਦ ਫਰੋਖਤ ਹੋਈ ਹੈ, ਪਰਚੇਸ ਕਿੰਨਾ ਪੈਸਾ ਆਇਆ ਸੀਗਾ ਕਰੋਨਾ ਦੇ ਵਿੱਚ ਸਮਾਨ ਖਰੀਦਣ ਦਾ, ਉਸ ਪੈਸੇ ਦਾ ਕਿੰਨਾ ਸਮਾਨ ਖਰੀਦਿਆ ਗਿਆ। ਹੁਣ ਸਾਡੀ ਤੇ ਹੈਲਥ ਮਿਨਿਸਟਰ ਜਿਹੜੇ ਹੁਣ ਨਵੇਂ ਬਣੇ ਆ, ਆਪ ਖੁਦ ਡਾਕਟਰ ਨੇ, ਉਹਨਾਂ ਨੂੰ ਬੇਨਤੀ ਹੈ ਵੀ ਇਹ ਸਿਰਫ ਇੱਕ ਡਿਸਟ੍ਰਿਕਟ ਹਸਪੀਟਲ ਚੋਂ ਨਹੀਂ, ਪੂਰੇ ਪੰਜਾਬ ਦੇ ਜ਼ਿਲ੍ਹਿਆਂ ਦੇ ਵਿੱਚੋਂ ਰਿਕਾਰਡ ਮੰਗਾਓ ਵੀ ਕਿਹੜੇ ਜ਼ਿਲ੍ਹੇ ਨੂੰ ਕਿੰਨਾ ਪੈਸਾ ਆਇਆ ਕਰੋਨਾ ਦਾ, ਉਹਨੇ ਉਸ ਪੈਸੇ ਦਾ ਕੀ ਖਰੀਦਿਆ। ਮਤਲਬ ਕਰੋੜਾਂ ਰੁਪਏ ਆਏ, ਕਿਆ ਕਰੋੜਾਂ ਰੁਪਏ ਦਾ ਸਮਾਨ ਖਰੀਦਿਆ ਗਿਆ, ਜਾਂ ਜਿਹੜਾ ਹੈ ਕਿ ਸੈਨੀਟਾਈਜ਼ਰ 45 ਵਾਲਾ 300 ਰੁਪਏ ਦਾ ਖਰੀਦ ਲਿਆ ਗਿਆ। ਇਹ ਦੇਖੋ, ਇਹ ਸਾਰੀ ਜਾਂਚ ਹੋਣੀ ਚਾਹੀਦੀ ਹੈ ਤੇ ਜਿਹੜੇ ਅਧਿਕਾਰੀਆਂ ਨੇ ਕਰੋਨਾ ਦੇ ਦੌਰਾਨ ਪੈਸਾ ਖਾਧਾ ਉਹਨਾਂ ਤੇ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ। ਚਾਈਨਾ ਡੋਰ ਜੀ, ਚਾਈਨਾ ਡੋਰ ਨੂੰ ਲੈ ਕੇ ਪੰਜਾਬ ਦੇ ਜਿਹੜੇ ਡੀਜੀਪੀ ਨੇ, ਉਹਨਾਂ ਨੇ ਇੱਕ ਆਦੇਸ਼ ਜਾਰੀ ਕੀਤਾ। ਪ੍ਰਿੰਸ ਜੀ ਦੇਖੋ, ਚੀਨ ਦੀ ਡੋਰ ਜਿਹੜੀ ਵੇਚਦੇ ਨਾ, ਪਹਿਲੇ ਤੇ ਇਹ ਬਹੁਤ ਵੱਡਾ ਕ੍ਰਾਈਮ ਹੈ। ਉਹਨਾਂ ਦੇ ਉੱਪਰ 307 ਦਾ ਮਾਮਲਾ ਦਰਜ ਹੋਣਾ ਚਾਹੀਦਾ। ਦੇਖੋ, ਕੱਲ ਇੱਕ ਬੱਚਾ ਕਾਦੀਆਂ ਦੀ ਮੈਂ ਰਿਪੋਰਟ ਪੜ੍ਹ ਰਿਹਾ ਸੀਗਾ, 16 ਉਹ ਬੱਚਾ ਛੋਟਾ ਵਿਚਾਰਾ 14 ਸਾਲ ਦਾ ਬੱਚਾ ਹੈ, ਨਵਰੋਜ਼ ਸਿੰਘ ਉਹਦਾ ਨਾਂ ਹੈ ਜੀ। ਉਹ ਸਕੂਲ ਟਿਊਸ਼ਨ ਪੜਨ ਜਾਂਦਾ, ਪੈਦਲ ਜਾਂਦਾ ਪਿਆ ਵਿਚਾਰਾ, ਤੇ ਰਾਹ 'ਚ ਉਹਦੇ ਮੂੰਹ ਤੇ ਚੀਨ ਦੀ ਡੋਰ ਫੜ ਜਾਂਦੀ, 16 ਟਾਂਕੇ ਲੱਗੇ ਉਹਦੇ ਮੂੰਹ ਤੇ। ਦੇਖੋ, ਹੁਣ ਡੀਜੀਪੀ ਸਾਹਿਬ ਨੇ ਕਿਹਾ ਵੀ 144 ਦੇ ਤਹਿਤ ਮਾਮਲਾ ਦਰਜ ਹੋਏਗਾ, ਕਿਉਂਕਿ ਕਾਨੂੰਨ ਕਮਜ਼ੋਰ ਹੈ। ਅਸੀਂ ਕਈ ਵਾਰੀ ਕਹਿ ਚੁੱਕੇ ਹਾਂ ਵੀ ਅਪਰਾਧ ਕਿਉਂ ਵੱਧਦਾ ਹੈ, ਕਿਉਂਕਿ ਉਹਨਾਂ ਨੂੰ ਪਤਾ ਵੀ ਇੱਕ ਬੰਦੇ ਨੂੰ 6-6, 8-8, 10-10 ਜ਼ਮਾਨਤਾਂ ਮਿਲੀਆਂ ਹੋਈਆਂ ਜੀ। ਇਸ ਤਰ੍ਹਾਂ ਹੀ ਜਿਹੜੇ ਚੀਨ ਦੀ ਡੋਰ ਵੇਚਦੇ ਆ, ਉਹਨਾਂ ਤੇ 188 ਦੇ ਤਹਿਤ ਪਹਿਲੇ ਮਾਮਲਾ ਦਰਜ ਕੀਤਾ ਜਾਂਦਾ ਸੀ, ਮੌਕੇ ਤੇ ਜ਼ਮਾਨਤ ਹੋ ਜਾਂਦੀ ਹੈ। ਹੁੰਦਾ ਕੱਖ ਨਹੀਂ। ਦੇਖੋ, ਜਿਹੜਾ ਸ਼ਿਕਾਇਤ ਕਰਤਾ ਵੀ ਹੁੰਦਾ, ਉਹ ਵੀ ਕਹਿੰਦਾ ਯਾਰ ਮੈਂ ਕੀ ਕਰਾਂ। ਪੁਲਿਸ ਵਾਲਿਆਂ ਨੂੰ ਵੀ ਬਹੁਤ ਖਾਨਾ ਪੂਰਤੀ ਕਰਨੀ ਪੈਂਦੀ ਹੈ, ਲਿਖਤ ਪੜਤ ਕਰਨੀ ਪੈਂਦੀ ਹੈ। ਇਹਦੇ ਤੇ ਮੇਰੀ ਸਰਕਾਰ ਨੂੰ ਬੇਨਤੀ ਹੈ ਕਿ ਸਖਤ ਕਾਨੂੰਨ ਬਣਨਾ ਚਾਹੀਦਾ। ਚੀਨ ਦੀ ਡੋਰ ਵੇਚਣ ਵਾਲਿਆਂ ਤੇ ਵੀ, ਜਿਹੜਾ ਵੀ ਉਹਦੇ ਨਾਲ ਗੁੱਡੀ ਡਾਉਂਦਾ ਉਹਦੇ ਉੱਤੇ ਵੀ 307 ਦੀ ਧਾਰਾ ਦਾ ਮਾਮਲਾ ਦਰਜ ਹੋਣਾ ਚਾਹੀਦਾ ਹੈ। ਕਾਨੂੰਨ 'ਚ ਜੇ ਅਮੈਂਡਮੈਂਟ ਕਰਨ ਦੀ ਲੋੜ ਹੈ ਤੇ ਕਰੋ, ਕਿਉਂਕਿ ਬਹੁਤ ਸਾਰੇ ਦੇਖੋ ਬੇਜ਼ੁਬਾਨ ਪੰਛੀ ਉਹਦੀ ਸ਼ਿਕਾਰ ਹੁੰਦੇ ਆ, ਚਪੇਟ 'ਚ ਆਉਂਦੇ ਆ, ਤੇ ਬਹੁਤ ਸਾਰੇ ਲੋਕ ਮੇਰੇ ਇੱਕ ਜਾਣਕਾਰ ਹੈ, ਉਹਨਾਂ ਦੇ ਮੂੰਹ ਤੇ 42 ਟਾਂਕੇ ਲੱਗੇ ਸੀਗੇ। ਮਤਲਬ ਕੋਈ ਨਾ ਕੋਈ ਹਸਪਤਾਲ ਦੇ ਵਿੱਚ ਇਸ ਤਰ੍ਹਾਂ ਦਾ ਕੇਸ ਰੋਜ਼ ਆ ਹੀ ਜਾਂਦਾ ਹੈ, ਜਿਹਦੇ ਨਾਲ ਵੀ ਚੀਨ ਦੀ ਦੌੜ ਜਿਹਦੇ ਕਿਸੇ ਨਾ ਕਿਸੇ ਨੂੰ ਕਈ ਜਾਨਾਂ ਵੀ ਲੈ ਚੁੱਕੀ ਹੈ। ਮੇਰੇ ਇੱਕ ਦੋਸਤ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ 'ਚ PhD ਕਰ ਰਹੇ ਨੇ, ਉਹ ਐਲੀਵੇਟਡ ਰੋਡ ਤੋਂ ਆ ਰਹੇ ਸੀ, ਉਹ ਕਹਿੰਦੇ ਵੀ ਮੈਂ ਹੈਲਮਟ ਵੀ ਪਾਇਆ ਸੀ ਤੇ ਮਫਲਰ ਵੀ ਲੇਟਿਆ ਸੀ ਗਲੇ 'ਚ, ਤੇ ਡੋਰ ਨੇ ਮਫਲਰ ਵੀ ਕੱਟਤਾ, ਤੇ ਕਹਿੰਦੇ ਮੈਂ ਹੱਥ 'ਚ ਦਸਤਾਨਾ ਪਾਇਆ, ਉਹ ਕੀਤੀ, ਸਾਰਾ ਦਸਤਾਨਾ ਕੱਟ ਗਿਆ, ਤਾਂ ਮੈਂ ਡਿੱਗ ਪਿਆ, ਉਹਨਾਂ ਦੇ ਸੱਟਾਂ ਵੀ ਕਾਫੀ ਲੱਗੀਆਂ। ਮਤਲਬ ਇਹ ਦੇਖੋ, ਐਡੀ ਇਹ ਦੌੜ ਥੋੜੀ ਹੈ, ਇਹ ਤਾਂ ਤਾਰ ਹੈ, ਟੁੱਟਦੀ ਨਹੀਂ ਇਹਦੇ ਜੀ। ਇਸ ਕਰਕੇ ਸਰਕਾਰ ਨੂੰ ਇਹਦੇ ਤੇ ਸੋਚਣਾ ਚਾਹੀਦਾ ਹੈ। ਆਪਾਂ ਗੱਲਾਂ ਤੇ ਕਰਦੇ ਹਾਂ ਵੀ ਡਰੋਨ ਜਿਹੜੇ ਆ ਉਹਨਾਂ ਤੇ ਲਾਵਾਂਗੇ ਪਾਬੰਦੀ ਤੇ ਫੜ ਲਾਂਗੇ ਨਸ਼ੇ ਤੇ ਬਾਰਾ ਜਿਹੜੀ ਤੁਹਾਡੇ ਸਾਹਮਣੇ ਵਿਕਣ ਰਹੀ ਹੈ ਜੀ। ਜੇ ਸਖਤ ਕਾਨੂੰਨ ਬਣਾਉਣ ਦੀ ਕਿਹਨੇ ਬਣਾਉਣਾ ਹੈ? ਤੁਸੀਂ ਸਰਕਾਰਾਂ ਨੇ ਕਰਨਾ ਹੈ, ਆਮ ਬੰਦੇ ਦੇ ਵਾਸਤੇ ਕੁਝ ਨਹੀਂ। ਆਮ ਬੰਦਾ ਤੇ ਰੌਲਾ ਹੀ ਪਾ ਸਕਦਾ ਨਾ, ਜਿਹੜਾ ਜਿਵੇਂ ਹੀ ਪਾਈ ਜਾਂਦੇ ਆ। ਕੱਲ ਵਿਜੀਲੈਂਸ ਨੇ ਇੱਕ ਆંકੜੇ ਜਾਰੀ ਕੀਤੇ ਨੇ ਜੀ, ਉਹ ਕੀ ਨੇ ਉਹ ਆંકੜੇ? ਦੇਖੋ, ਵਿਜੀਲੈਂਸ ਵੱਲੋਂ ਪ੍ਰਿੰਸ ਕੁਝ ਆંકੜੇ ਕੱਲ ਜਾਰੀ ਹੋਏ ਨੇ, ਜਿਹਦੇ 'ਚ ਉਹਨਾਂ ਨੇ ਕਿਹਾ ਵੀ 129 ਕੇਸਾਂ ਦੇ ਵਿੱਚ 172 ਮੁਲਾਜ਼ਮਾਂ ਨੂੰ ਗ੍ਰਿਫਤਾਰ ਕੀਤਾ ਗਿਆ ਜੀ, ਜਿਨ੍ਹਾਂ ਦੇ ਵਿੱਚੋਂ ਕੁਝ ਨੂੰ ਟਰੈਪ ਲਾ ਕੇ ਕੀਤਾ ਗਿਆ ਤੇ ਕਈਆਂ ਨੂੰ ਆਨਲਾਈਨ ਸ਼ਿਕਾਇਤਾਂ ਦੇ ਆਧਾਰ ਤੇ ਜਿਹੜਾ ਉਹ ਗ੍ਰਿਫਤਾਰ ਕੀਤਾ ਗਿਆ।
ਹੁਣ ਦੇਖੋ ਬੜੀ ਵੱਡੀ ਜਿਹੜੀ ਹੈ ਕਾਮਯਾਬੀ ਹੈ ਵਿਜੀਲੈਂਸ ਦੀ। ਇਸ ਤੋਂ ਪਹਿਲੇ ਤੇ ਦੇਖੋ ਨਾ ਸ਼ਿਕਾਇਤਾਂ ਹੁੰਦੀਆਂ ਸੀ ਤੇ ਸ਼ਿਕਾਇਤਾਂ ਦਾ ਕਦੋਂ ਨਿਪਟਾਰਾ ਹੁੰਦਾ ਸੀ, ਕਦੋਂ ਨਹੀਂ ਸੀ ਹੁੰਦਾ। ਇਹ ADGP ਡਾਇਰੈਕਟਰ ਨੇ ਜਿਹੜੇ ਵਿਜੀਲੈਂਸ ਦੇ, ਉਹਨਾਂ ਨੇ ਇਹ ਆંકੜੇ ਜਾਰੀ ਕੀਤੇ ਤੇ ਉਹਨਾਂ ਆਖਿਆ ਵੀ ਪਿਛਲੇ ਸਾਲ ਦੌਰਾਨ ਹੋਰਨਾਂ ਵਿਭਾਗਾਂ ਤੋਂ ਇਲਾਵਾ 1 ਜਨਵਰੀ 2022 ਤੋਂ 31 ਦਸੰਬਰ 2022 ਤੱਕ ਪੰਜਾਬ ਪੁਲਿਸ ਦੇ 30 ਮੁਲਾਜ਼ਮਾਂ, ਮਾਲ ਵਿਭਾਗ ਰੈਵਨਿਊ ਦੇ 13, ਬਿਜਲੀ ਵਿਭਾਗ ਦੇ 5 ਤੇ ਲੋਕਲ ਡਿਪਾਰਟਮੈਂਟ ਵਿਭਾਗ ਦੇ 4 ਮੁਲਜ਼ਮਾਂ ਨੂੰ ਰਿਸ਼ਵਤ ਲੈਂਦੇ ਰੰਗੇ ਹੱਥੀਂ ਜਿਹੜਾ ਕਾਬੂ ਕੀਤਾ ਗਿਆ। ਉਹਨੇ ਕਿਹਾ ਵੀ 371 ਮੁਲਜ਼ਮਾਂ ਖਿਲਾਫ 135 ਜਿਹੜੇ ਮਾਮਲੇ ਦਰਜ ਕੀਤੇ ਗਏ ਨੇ। 135 ਜਿਹੜੇ ਦਰਜ ਕੀਤੇ ਗਏ ਨੇ, ਜਿਨ੍ਹਾਂ ਦੇ ਵਿੱਚੋਂ ਕਹਿੰਦੇ 35 ਗਜ਼ਟਡ ਅਫਸਰ ਨੇ, 163 ਨਾਨ ਗਜ਼ਟਡ ਅਫਸਰ ਨੇ, 173 ਜਿਹੜੇ ਉਹ ਪ੍ਰਾਈਵੇਟ ਵਿਅਕਤੀ ਜਿਹੜੇ ਉਹ ਸ਼ਾਮਲ ਨੇ। ਉਹਨਾਂ ਇਹ ਵੀ ਕਹਿਣਾ ਵੀ ਵਿਸ਼ੇਸ਼ ਅਦਾਲਤਾਂ ਨੇ 30 ਦੋਸ਼ੀਆਂ ਨੂੰ ਸਜ਼ਾ ਵੀ ਸੁਣਾਤੀ ਹੈ, ਜਿਨ੍ਹਾਂ ਤੋਂ ਬਹੁਤ ਸਾਰਾ ਜੁਰਮਾਨਾ ਵੀ ਵਸੂਲਿਆ ਗਿਆ। 2 ਗਜ਼ਟਡ ਅਫਸਰ ਨੇ ਜਿਨ੍ਹਾਂ ਉਸ 'ਤੇ 18 ਨਾਨ ਗਜ਼ਟਡ ਅਫਸਰ ਤੇ 10 ਪ੍ਰਾਈਵੇਟ ਵਿਅਕਤੀਆਂ ਨੂੰ 5 ਸਾਲ ਤੱਕ ਦੀ ਸਜ਼ਾ ਵੀ ਸੁਣਾਈ ਹੈ ਤੇ 5000 ਤੋਂ ਲੈ ਕੇ 33 ਲੱਖ ਰੁਪਏ ਦੇ ਵੱਖ-ਵੱਖ ਜੁਰਮਾਨੇ ਵੀ ਲਾਏ ਗਏ ਨੇ, ਜਿਹੜੀ ਰਕਮ ਬਣਦੀ ਕੁੱਲ ਕਹਿੰਦੇ 39,90,000 ਬਣਦੀ ਹੈ। ਤੇ ਜਿਹੜੇ ਕਹਿੰਦੇ ਵੀ ਇਹ ਜਿਹੜੇ ਹੋਏ ਤੱਕ ਜਿਹੜੀਆਂ ਸ਼ਿਕਾਇਤਾਂ ਮਿਲੀਆਂ ਨੇ ਪੋਰਟਲ ਤੇ ਸਾਨੂੰ, ਮੁੱਖ ਮੰਤਰੀ ਦੀ ਜਿਹੜੀ ਸੀਗੀ ਭ੍ਰਿਸ਼ਟਾਚਾਰ ਵਿਰੋਧੀ ਮੁਹਿੰਮ ਦੇ ਤਹਿਤ 3,72,175 ਜਿਹੜੀਆਂ ਸ਼ਿਕਾਇਤਾਂ ਮਿਲੀਆਂ। ਦੇਖੋ ਵਿਜੀਲੈਂਸ ਦੀ ਵੀ ਇੱਕ ਲਿਮਟ ਹੈ, ਕਿੰਨਾ ਭ੍ਰਿਸ਼ਟਾਚਾਰ ਹੈ, ਲੋਕ ਕਿੰਨੀਆਂ ਸ਼ਿਕਾਇਤਾਂ ਕਰ ਰਹੇ ਹਨ, ਪਰ ਜਿੰਨੇ ਵੀ ਸੀਮਤ ਸਾਧਨ ਦੇ ਬਾਵਜੂਦ ਵਿਜੀਲੈਂਸ ਵੱਲੋਂ ਬਹੁਤ ਵਧੀਆ ਕੰਮ ਕੀਤਾ ਜਾ ਰਿਹਾ ਤੇ ਉਮੀਦ ਹੈ ਕਿ ਵੈਸੇ ਵਿਜੀਲੈਂਸ ਦਾ ਅੱਗੇ ਨਾਲੋਂ ਡਰ ਵੀ ਪਿਆ ਵੀ ਹੁਣ ਵਿਜੀਲੈਂਸ ਵਾਲੇ ਸਿਰਫ ਉਹ ਨਹੀਂ ਕਰਦੇ, ਪਰ ਕੁਝ ਜਿਹੜੇ ਲੋਕ ਹੈ ਉਹ ਭਾਈ ਭਤੀਜਾਵਾਦ ਵਰਤ ਜਾਂਦੇ ਆ ਵੀ ਆਪਣੇ ਅਧਿਕਾਰਾਂ ਨੂੰ ਬਚਾ ਦਿੰਦੇ ਆ ਵੀ ਯਾਰ ਚੱਲ ਤੂੰ ਜਾ, ਤੇਰਾ ਲਿਹਾਜ਼ ਕਰ ਦਿੰਦੇ ਆ ਵੀ ਤੂੰ ਆਪਣੇ 2 ਲੈ ਆ ਖਵਾ। ਉਹਨਾਂ ਦੇ ਖਿਲਾਫ ਵੀ ਕੋਈ ਨਾ ਕੋਈ ਕਾਰਵਾਈ ਜ਼ਰੂਰ ਹੋਣੀ ਚਾਹੀਦੀ ਹੈ। ਬਾਕੀ ਇੱਕ ਜਾਨ ਖਬਰ ਸਮੇਂ ਦੀ ਘਾਟ ਹੈ, ਮੈਂ ਇੱਕ ਖਬਰ ਜ਼ਰੂਰ ਦੇਖੋ ਮੰਦਭਾਗੀ ਹੈ। ਸੰਗਰੂਰ ਦੇ ਵਿੱਚ ਇੱਕ ਠੰਡ ਬਹੁਤ ਹੈ ਦੇਖੋ, ਤੇ ਕਮਰੇ ਦੇ ਵਿੱਚ ਮਜ਼ਦੂਰ ਅੰਗੀਠੀ ਲਾ ਕੇ ਸੁੱਤੇ ਸੀ ਤੇ ਸਵੇਰੇ ਇੱਕ ਨਹੀਂ ਉੱਠਿਆ, 5 ਦੇ 5 ਹੀ ਮਰ ਗਏ ਨੇ। ਦੇਖੋ ਲੋਕਾਂ ਨੂੰ ਵੀ ਬੇਨਤੀ ਹੈ ਵੀ ਅੰਗੀਠੀ ਨਾ ਲਾਓ, ਠੀਕ ਹੈ ਠੰਡ ਬਹੁਤ ਹੈ, ਪਰ ਅੰਗੀਠੀ ਨਾ ਲਾਓ। ਅੰਗੀਠੀ ਲਾਣਾ ਤੁਹਾਡੇ ਤੇ ਤੁਹਾਡੇ ਪਰਿਵਾਰ ਲਈ ਘਾਤਕ ਹੋ ਸਕਦਾ ਹੈ। ਇਹ ਸਨ ਦੀਪਕ ਭੰਡਾਰੀ, ਜਿਨ੍ਹਾਂ ਨਾਲ ਅਸੀਂ ਅੱਜ ਦੇ ਮੁੱਦਿਆਂ 'ਤੇ ਗੱਲਬਾਤ ਕੀਤੀ। ਇਸੇ ਤਰ੍ਹਾਂ ਦਾ ਪ੍ਰੋਗਰਾਮ ਲੈ ਕੇ ਇੱਕ ਵਾਰੀ ਫਿਰ ਤੋਂ ਤੁਹਾਡੇ ਰੂਬਰੂ ਹੋਵਾਂਗੇ। ਤਦ ਤੱਕ ਲਈ ਸਾਨੂੰ ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ, ਨਮਸਕਾਰ।